ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਵੈਲਕਮ। ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਕਈ ਵਾਰੀ ਖਿਆਲਾਂ ਦੇ ਵਹਾਅ ਤੁਹਾਨੂੰ ਦੂਰ ਵਹਾ ਕੇ ਲੈ ਜਾਂਦੇ ਆ ਔਰ ਫਿਰ ਤੁਹਾਨੂੰ ਪਾਤਰ ਦੀਆਂ ਉਹਨਾਂ ਸਤਰਾਂ ਵਾਂਗ ਕਿ ਕਈ ਵਾਰੀ ਤੁਹਾਡੇ ਚੋਂ ਤੁਹਾਡੇ ਪਿੱਤਰ ਬੋਲਦੇ ਆ, ਤੁਸੀਂ ਪੁਰਖਿਆਂ ਨੂੰ ਜਿਉਂਦੇ ਹੋ। ਪੰਜਾਬ ਸਦਾ ਦੇਸ਼ ਦੇ ਸੰਵਿਧਾਨ ਦੇ ਸੰਘੀ ਢਾਂਚੇ ਦੀ ਅਨੁਕੂਲਤਾ ਦੇ ਨਾਲ ਚੱਲਦਾ ਰਿਹਾ ਔਰ ਇਹਦੇ ਲਈ ਲੜਦਾ ਰਿਹਾ। ਉਹ ਵੱਖਰੀ ਗੱਲ ਆ, ਕਦੇ ਇਹਦਾ ਚਿਹਰਾ ਅਕਾਲੀ ਦਲ ਹੁੰਦਾ ਸੀ, ਕੇਂਦਰ ਔਰ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਕਰਨ ਵਾਲਾ, ਦੇਸ਼ ਦੇ ਫੈਡਰਲ ਸਿਸਟਮ ਨੂੰ ਜੇ ਕਿਧਰੇ ਆਂਚ ਆਈ ਤਾਂ ਪੰਜਾਬੀ ਲੜੇ। ਅੱਜ ਇੱਕ ਵਾਰੀ ਫਿਰ ਉਸੇ ਹੀ ਵਿਚਾਰ ਨੇ ਪੁਖਤਗੀ ਲਈ ਆ, ਉਸੇ ਹੀ ਵਿਚਾਰ ਨੇ ਮਨ ਮਸਤਕ ਨੂੰ ਮੱਲਿਆ ਹੈ। ਅੱਜ ਪੰਜਾਬੀ ਜਦੋਂ ਦਿੱਲੀ ਦੇ ਬਾਰਡਰਸ ਦੇ ਉੱਤੇ ਸਮੇਤ ਹਰਿਆਣੇ ਤੇ ਬਾਕੀ ਦੇਸ਼ ਦੇ ਭਾਗਾਂ ਦੇ ਕਿਸਾਨਾਂ ਦੇ ਨਾਲ ਜਦੋਂ ਜਸ਼ਨ ਕਰਨਗੇ ਤਾਂ ਇੱਕ ਵਾਰੀ ਇਤਿਹਾਸ ਖੁਦ ਨੂੰ ਦੁਹਰਾਉਂਦਾ ਲੱਗੂਗਾ। ਸਾਡੇ ਵਰਗੇ ਕੈਮਰਿਆਂ ਤੇ ਬੋਲਣ ਵਾਲਿਆਂ ਲਈ ਇਹ ਲਾਈਨ ਬੜੀ ਆਸਾਨ ਹੁੰਦੀ ਹੈ ਕਿ ਇਤਿਹਾਸ ਖੁਦ ਨੂੰ ਦੁਹਰਾਉਂਦਾ ਹੈ, ਪਰ ਜਦੋਂ ਤੁਸੀਂ ਸਾਲਾਂ ਦੇ ਸਾਲ ਸੜਕਾਂ ਦੇ ਕੰਢਿਆਂ ਤੇ ਵੱਡੀਆਂ ਕੋਠੀਆਂ ਤੇ ਘਰ ਛੱਡ ਕੇ ਬੈਠੇ ਹੋਵੋ ਜੇਠ ਹਾੜ ਪੋਹ ਦੀਆਂ ਰਾਤਾਂ 'ਚ, ਤੇ ਫਿਰ ਉਹ ਇਤਿਹਾਸ ਦੁਹਰਾਉਣ ਵਾਲੀ ਗੱਲ ਆਪਣੀ ਜਗ੍ਹਾ ਸਾਰਥਕ ਹੋਣ ਲੱਗਦੀ ਆ। ਸਾਡੇ ਵਰਗੇ ਬੜੇ ਮੌਕਿਆਂ ਤੇ ਗੱਲ ਕਹਿੰਦੇ ਆਏ ਕਿ ਨਹੀਂ, ਸਮਝੌਤੇ ਕਰ ਲੈਣੇ ਚਾਹੀਦੇ ਆ। ਨੋ ਜਿਹੜਾ ਲਿਖਦੇ ਸੀ ਕਿਸਾਨ ਨਾ ਕਿ ਯੈਸ ਔਰ ਨੋ, ਸਾਨੂੰ ਲੱਗਦਾ ਸੀ ਨਹੀਂ, ਲੇਕਿਨ ਇਤਿਹਾਸ ਜਾਂ ਕੁਦਰਤ ਆਪਣੇ ਆਪ ਨੂੰ ਆਪਣੇ ਢੰਗ ਨਾਲ ਹੀ ਨਵਾਜਦੀ ਹੈ। ਪੰਜਾਬੀਆਂ ਨੂੰ ਇੱਕ ਵਾਰੀ ਫਿਰ ਸਵੈ ਮਾਣ ਨਾਲ ਸਿਰ ਉੱਚਾ ਕਰਨਾ ਚਾਹੀਦਾ ਕਿ ਜੇ ਅੱਜ ਜਿੱਤ ਦੇ ਜਸ਼ਨ ਹੋਣਗੇ ਤਾਂ ਜਿੱਤ ਹੁੰਦੀ ਆ। ਸੰਘੀ ਢਾਂਚੇ ਨੂੰ ਇੱਕ ਵਾਰੀ ਫਿਰ ਤੁਸੀਂ ਉਹ ਇੱਜ਼ਤ ਬਖਸ਼ੀ ਆ। ਕੇਂਦਰ ਸੂਬਿਆਂ ਦੇ ਅਧਿਕਾਰ ਮਤਲਬ ਐਗਰੀਕਲਚਰ ਨਾਲ ਜੁੜੇ ਮੁੱਦੇ ਤੇ ਕਾਨੂੰਨ ਲਿਆਉਂਦਾ ਹੈ ਤੇ ਇਹਨੂੰ ਕੇਂਦਰ ਤੇ ਰਾਜਾਂ ਦੇ ਅਧਿਕਾਰਾਂ ਦੀ ਆਪਸੀ ਲੜਾਈ ਦੀ ਸੱਟ ਹੀ ਮੰਨਿਆ ਜਾਂਦਾ। ਪੰਜਾਬੀਆਂ ਨੇ ਹਿੱਕ ਢਾਈ, ਉਹਨਾਂ ਸਾਰਿਆਂ ਨੂੰ ਮੁਬਾਰਕ। ਹੁਣ ਮੈਂ ਅਗਲੀ ਗੱਲ ਤੇ ਉਹਨਾਂ, ਸਾਡੇ ਕੋਲ 4 ਅਹਿਮ ਖਬਰਾਂ ਨੇ। ਹਾਂ, ਵੱਖਰੀ ਗੱਲ ਹੈ ਕਿ ਅੱਜ ਅਕਾਲੀ ਦਲ ਉਹ ਲੜਾਈ ਲੜਦਾ ਅੱਜ ਉਹਦੇ ਲਈ ਇੱਕ ਖੁਸ਼ੀ ਦਾ ਕਾਰਨ ਹੈ। ਕਈ ਵੱਡੇਪੁਰ ਜਾਣ ਤੋਂ ਬਾਅਦ ਇੱਕ ਛੋਟੇਪੁਰ ਨਾਲ ਉਹਨਾਂ ਨੂੰ ਖੁਸ਼ ਹੋਣਾ ਪਊਗਾ। ਅੱਜ ਗੁਰਦਾਸਪੁਰ ਜ਼ਿਲ੍ਹੇ ਦੀ ਰਾਜਨੀਤੀ 'ਚ ਸ਼ਾਇਦ ਸੁੱਚਾ ਸਿੰਘ ਛੋਟੇਪੁਰ ਕਦੇ ਆਪ ਦੇ ਕਨਵੀਨਰ ਅਕਾਲੀ ਦਲ 'ਚ ਸ਼ਾਮਲ ਹੋ ਜਾਣਗੇ। ਇੱਕ ਸਿੰਘ ਸਾਹਿਬ ਵੱਲੋਂ ਫਿਕਰ ਜ਼ਾਹਰ ਕੀਤਾ ਗਿਆ ਕੱਲ ਗੁਰੂ ਮਹਾਰਾਜ ਦੇ ਬਲਿਦਾਨ ਦਿਵਸ ਦੇ ਮੌਕੇ ਦੇ ਉੱਤੇ। ਉਹਨਾਂ ਨੇ ਇਹ ਗੱਲ ਕੀਤੀ ਆ ਕਿ ਧਰਮ ਪਰਿਵਰਤਨ ਦੇ ਉੱਤੇ ਜਾਂਚ ਹੋਣੀ ਚਾਹੀਦੀ ਹੈ। ਇਹ ਵੀ ਇੱਕ ਜਾਂਚ ਹੋਣੀ ਚਾਹੀਦੀ ਹੈ ਕਿ ਧਰਮ ਪਰਿਵਰਤਨ ਕਿਉਂ ਹੋ ਰਿਹਾ। ਜ਼ੋਰਾਵਰਾਂ ਨੇ ਕਰਵਾਇਆ ਹੈ, ਜੇ ਕਰਵਾਇਆ ਤਾਂ ਕੋਈ ਸਬੂਤ ਹੋਣਗੇ। ਜੇ ਸਬੂਤ ਨੇ ਤਾਂ ਬੜੇ ਵੱਡੇ ਅਦਾਰੇ ਸ਼੍ਰੋਮਣੀ ਕਮੇਟੀ ਵਰਗੇ ਆ, ਉਹਦੀ ਕੋਈ ਮਾੜੀ ਮੋਟੀ ਪਹਿਲੀ ਜਾਂਚ ਕਰਾ ਕੇ ਫਿਰ ਅੱਗੇ ਇਨਵੈਸਟੀਗੇਸ਼ਨ ਲਈ ਵਧਣਾ ਚਾਹੀਦਾ। ਇਸ ਤੋਂ ਅਗਲੀ ਗੱਲ ਜਿਹੜੀ ਹੈ ਕਿ ਕਾਂਗਰਸ ਨੇ ਆਪਣੇ ਪੱਧਰ ਤੇ ਕਈ ਸਰਵੇ ਕਰਵਾਏ। ਇੱਕ ਖਬਰ ਆਈ ਹੈ, ਕਈ ਸਰਵੇ ਕਰਾਏ ਆ, ਉਹਨਾਂ 'ਚ ਰੰਗ ਵੀ ਭਰੇ ਆ। ਹੁਣ ਵੇਖਣਾ ਆ ਕਿ ਉਹ ਕਿਸ ਪੱਧਰ ਦੇ ਉੱਤੇ ਕਿੱਥੇ ਖੜੇ ਆ। ਹਾਲਾਂਕਿ ਅੰਦਰ ਦੀ ਲੜਾਈ ਅਜੇ ਮੁੱਕੀ ਨਹੀਂ, ਲੇਕਿਨ ਮੈਨੂੰ ਰਾਘਵ ਚੱਡਾ ਵੱਲੋਂ ਬਿਕਰਮ ਮਜੀਠੀਆ ਨੂੰ ਲੈ ਕੇ ਪੰਜਾਬ ਸਰਕਾਰ ਤੇ ਸੁਖਬੀਰ ਦੇ ਰਲੇ ਹੋਣ ਦਾ ਦੋਸ਼ ਜਿਹੜਾ ਲਾਇਆ ਜਾ ਰਿਹਾ, ਉਹਦੇ ਉੱਤੇ ਅੱਗੇ ਗੱਲ ਵਧਣੀ ਚਾਹੀਦੀ ਹੈ ਕਿ ਖਬਰਾਂ ਆ ਕਿੱਥੋਂ ਰਹੀਆਂ ਤੇ ਕੀ ਹੋ ਰਿਹਾ। ਆਖਰ ਇਸ ਸਭ ਕੁਝ ਦੇ ਪਿੱਛੇ ਕਿਹੜੀ ਸਾਜ਼ਿਸ਼ ਕੰਮ ਕਰ ਰਹੀ ਹੈ। ਉਂਝ ਇੱਕ ਸਵਾਲ ਇੱਕ ਸਾਡੇ ਸਹਾਫੀ ਮਿੱਤਰ ਨੇ ਦਰਸ਼ਕ, ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਤੁਸੀਂ ਕਹਿੰਦੇ ਹੋ ਕਿ 15 ਕਿਲੋਮੀਟਰ ਤੱਕ BSF ਨੂੰ ਵਧਾ ਕੇ 50 ਕਿਲੋਮੀਟਰ ਤੱਕ ਕਰਤਾ, ਪਰ ਜਦੋਂ ਦਿੱਲੀ ਦੇ ਸੂਬੇਦਾਰ ਆ ਕੇ ਤੁਹਾਡੇ ਸਕੂਲਾਂ ਤੇ ਵੱਖ-ਵੱਖ ਥਾਵਾਂ ਤੇ ਰੇਡ ਕਰਦੇ ਆ, ਵੱਖਰੀ ਗੱਲ ਰੇਡ ਕਰਨਾ ਮਾੜਾ ਨਹੀਂ, ਲੇਕਿਨ ਉਹ ਪੰਜਾਬ ਵਾਲੇ ਵੀ ਕਰ ਸਕਦੇ। ਦਿੱਲੀ ਤੋਂ ਆਏ ਲੋਕ ਜਿਹੜੇ ਦੂਜੇ ਸਟੇਟ ਦੇ ਵਿੱਚ ਰਾਜ ਕਰਦੇ, ਜਦੋਂ ਉਹ ਤੁਹਾਡੇ ਤੇ ਹਮਲਾ ਕਰਨਗੇ, ਇਹਨੂੰ ਕਿੱਥੇ ਰੱਖੋਗੇ ਕੈਟਾਗਰੀ ਬਣਾ ਲਿਓ ਜ਼ਰਾ। ਮੈਂ ਆਵਾਂ ਮੁੜ ਕੇ ਜੀ। ਮੈਨੂੰ ਸਭ ਤੋਂ ਪਹਿਲਾਂ ਇਹ ਦੱਸਿਓ ਕਿ ਅੱਜ ਸੰਯੁਕਤ ਕਿਸਾਨ ਮੋਰਚਾ ਸ਼ਾਇਦ ਵਾਪਸੀ ਦਾ ਰਾਹ ਫੜ ਲਏ। ਫਤਿਹ ਮਾਰਚ ਦੀ ਆਪਾਂ ਗੱਲ ਕਰਦੇ ਰਹੇ ਹਾਂ, ਪੰਜਾਬ 'ਚ ਥਾਂ ਫੁਰ ਥਾਂ ਤਿਆਰੀਆਂ ਹੋਣਗੀਆਂ, ਵੱਡੇ ਢੋਲ ਨਗਾਰੇ ਹੋਣਗੇ, ਸਵਾਗਤ ਹੋਣਗੇ। ਜਿੱਤ ਤਾਂ ਜਿੱਤ ਹੁੰਦੀ ਆ, ਜੇ ਵੱਡੀ ਜਿੱਤ ਇਤਿਹਾਸਕ ਜਿੱਤ ਤੇ ਉਸ ਜਿੱਤ ਨੂੰ ਤਾਂ ਮਨਾਉਣਾ ਬਣਦਾ। ਰੰਧਾਵਾ ਜੀ, ਬਿਲਕੁਲ ਤੁਹਾਡੀ ਗੱਲ ਠੀਕ ਹੈ। ਅੱਜ 378ਵਾਂ ਦਿਨ ਹੈ, ਯਾਨੀ ਕਿ ਅੱਜ 378ਵੇਂ ਦਿਨ ਦੇ ਵਿੱਚ ਇਹ ਅੰਦੋਲਨ ਐਂਟਰ ਕਰ ਗਿਆ, ਦਾਖਲ ਹੋ ਗਿਆ ਤੇ 6 ਦਸੰਬਰ ਤੱਕ 713 ਕਿਸਾਨਾਂ ਦੀਆਂ ਜਾਨਾਂ ਇਸ ਸੰਘਰਸ਼ ਦੌਰਾਨ ਚਲੀਆਂ ਗਈਆਂ, ਜਿਨ੍ਹਾਂ ਲਈ ਇਹ ਕਿਸਾਨ ਜਥੇਬੰਦੀਆਂ, ਇਹ ਸੰਯੁਕਤ ਕਿਸਾਨ ਮੋਰਚਾ ਲਗਾਤਾਰ ਮੁਆਵਜ਼ੇ ਦੀ ਮੰਗ ਕਰ ਰਿਹਾ, ਉਹਨਾਂ ਨੂੰ ਸ਼ਹੀਦਾਂ ਦਾ ਦਰਜਾ ਦੇਣ ਦੀ ਮੰਗ ਕਰ ਰਿਹਾ। ਤੁਹਾਡੀ ਗੱਲ ਬਿਲਕੁਲ ਠੀਕ ਹੈ।
ਇਸੇ ਪੰਜਾਬ ਨੇ ਮੂਹਰੇ ਲੱਗ ਕੇ ਮੋਢੀ ਬਣ ਕੇ ਇਸ ਕਿਸਾਨੀ ਸੰਘਰਸ਼ ਨੂੰ ਅੱਗੇ ਵਿੱਢਿਆ। ਤੇ ਯਾਦ ਕਰੋ ਸਨ 2020 26 ਨਵੰਬਰ ਜਦੋਂ ਇਹ ਜਾ ਕੇ ਦਿੱਲੀ ਦੀਆਂ ਸਰਹੱਦਾਂ ਤੇ, ਜਿਸ ਨੂੰ ਅਸੀਂ ਸਰਹੱਦਾਂ ਮੰਨ ਲਿਆ ਕਿਉਂਕਿ ਰੋਕ ਹੀ ਉੱਥੇ ਦਿੱਤਾ ਗਿਆ, ਜਦੋਂ ਸਾਨੂੰ ਤਿੱਕਰੀ ਬਾਰਡਰ ਤੇ ਯਾਨੀ ਕਿ ਇਹਨਾਂ ਨੂੰ ਕਿਸਾਨਾਂ ਨੂੰ ਇਸੇ ਤਰ੍ਹਾਂ ਸਿੰਘੂ ਬਾਰਡਰ ਤੇ, ਸ਼ਾਹਜਹਾਨਪੁਰ ਬਾਰਡਰ ਤੇ ਗਾਜ਼ੀਪੁਰ ਬਾਰਡਰ ਤੇ ਰੋਕਤਾ। ਉਦੋਂ ਤੋਂ ਲਗਾਤਾਰ ਇਹ ਸੰਘਰਸ਼ ਜਾਰੀ ਹੈ ਤੇ ਬਹੁਤ ਸਾਰੇ ਕਿੰਤੂ ਪਰੰਤੂ, ਜਿੰਨਾ ਤੁਸੀਂ ਬਿਲਕੁਲ ਜ਼ਿਕਰ ਠੀਕ ਕੀਤਾ, ਪੋਹ ਹੋਵੇ, ਮਾਘ ਹੋਵੇ, ਕੋਈ ਵੀ ਮਹੀਨਾ ਹੋਵੇ, ਗਰਮੀ ਸਰਦੀ, ਸੜਕ ਤੇ ਵਿੱਚ ਬੈਠੇ ਕਈ ਵਾਰੀ ਕਿਸਾਨਾਂ ਨੇ ਕਿਹਾ ਸੀ ਕਿਲੋ ਕਿਲੋ ਧੂੜ ਰੋਜ਼ ਦੀ ਖਾ ਜਾਂਦੇ ਆ। ਉਸ ਤੋਂ ਬਾਅਦ ਇਹ ਸਾਰਾ ਕੁਝ ਹੋਇਆ। ਲੇਕਿਨ ਹੁਣ ਜਿਹੜਾ ਮੌਕਾ ਆਇਆ, ਜਿਹੜੀ ਤਜਵੀਜ਼ ਭੇਜੀ ਗਈ ਆ, ਜਿਹੜੀ ਮੰਗਲਵਾਰ ਨੂੰ ਭੇਜੀ ਸੀ ਬੀਤੇ, ਉਹ ਰੱਦ ਕਰ ਦਿੱਤੀ ਗਈ ਸੀ। ਦੁਬਾਰਾ ਬੁੱਧਵਾਰ ਨੂੰ ਫਿਰ ਤਜਵੀਜ਼ ਆਈ ਹੈ ਤੇ ਅੱਜ ਬੜੀ ਅਹਿਮ ਬੈਠਕ ਹੋਣ ਜਾ ਰਹੀ ਹੈ, ਜਿਹਦੇ ਵਿੱਚ ਲਗਭਗ ਇਹ ਲੱਗ ਰਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਹੜੀਆਂ ਸਾਰੀਆਂ ਜਥੇਬੰਦੀਆਂ, ਸਾਰੇ ਆਗੂ ਆ, ਉਹ ਲਗਭਗ ਸੰਤੁਸ਼ਟ ਨੇ ਤੇ ਫਾਈਨਲ ਡਰਾਫਟ ਆਉਣ ਦੀ ਮੰਗ ਕਰ ਰਹੇ ਆ। ਉਹ ਕਹਿੰਦੇ ਆ ਕਿ ਸਾਨੂੰ ਹਸਤਾਖਰ ਕਰਕੇ, ਆਪਣੇ ਦਸਤਖਤ ਕਰਕੇ, ਸਿਗਨੇਚਰ ਕਰਕੇ ਦਿਓ, ਤਾਂ ਕਿ ਸਾਡੀ ਜਿਹੜੀ ਹੈ ਗਾਂ ਆਪਣੇ ਜਿਹੜੇ ਜਥੇਬੰਦੀਆਂ, ਉਹਨਾਂ ਦੇ ਵਰਕਰ, ਉਹਨਾਂ ਦੇ ਸਮਰਥਕ, ਸਪੋਰਟਰਸ, ਉਹਨਾਂ ਨੂੰ ਅਸੀਂ ਦਿਖਾ ਸਕੀਏ ਤੇ ਫਿਰ ਖੁਸ਼ੀ-ਖੁਸ਼ੀ ਘਰ ਪਰਤ ਸਕੀਏ। ਇਹ ਸਾਰੀਆਂ ਗੱਲਾਂ ਤੁਹਾਡੀਆਂ ਜਾਇਜ਼ ਆ। ਕਿਤੇ ਨਾ ਕਿਤੇ ਹਜੇ ਵੀ ਕੁਝ ਪੇਚ ਫਸੇ ਹੋਏ ਆ, ਜਿਵੇਂ ਕਿ ਅਜੇ ਕੁਮਾਰ ਮਿਸ਼ਰਾ ਟੈਣੀ ਹੋਣਾ ਦੀ ਬਰਖਾਸਤਗੀ ਦੀ ਗੱਲ ਆ। ਕੁਝ ਜਥੇਬੰਦੀਆਂ ਇਹ ਕਹਿੰਦੀਆਂ ਸੀ, ਜਾਂ ਕੁਝ ਲੋਕਾਂ ਦੇ ਇਤਰਾਜ਼ ਸੀ ਕਿ ਸ਼ਾਇਦ ਇਹ ਜਿਹੜੇ ਲਖੀਮਪੁਰ ਖੀਰੀ ਦੇ ਵਿੱਚ 3 ਅਕਤੂਬਰ ਨੂੰ ਘਟਨਾ ਹੋਈ ਆ, ਜਿਸ ਵਿੱਚ ਕਿਸਾਨ ਮਾਰੇ ਗਏ ਸੀ, ਕੁਝ ਬੀਜੇਪੀ ਦੇ ਵਰਕਰ, ਇੱਕ ਡਰਾਈਵਰ, ਇੱਕ ਪੱਤਰਕਾਰ ਮਾਰੇ ਗਏ ਸੀ, ਸ਼ਾਇਦ ਕਿਤੇ ਕਿਸਾਨਾਂ ਨੇ ਉਸ ਤੇ ਸਮਝੌਤਾ ਕਰ ਲਿਆ ਤੇ ਉਹਨਾਂ ਨੇ ਇਹ ਸਾਫ਼ ਤੇ ਸਪਸ਼ਟ ਕਰਤਾ ਕਿ ਅਸੀਂ ਕੋਈ ਸਮਝੌਤਾ ਨਹੀਂ ਕੀਤਾ। ਸੋ ਇਹ ਸਾਰਾ ਕੁਝ ਦੇਖਦੇ ਹੋਏ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਸੰਘਰਸ਼ ਆ ਰੰਧਾਵਾ ਜੀ, ਇਹ ਇਕੱਲੇ ਕਿਸਾਨੀ ਦਾ ਸੰਘਰਸ਼ ਨਹੀਂ ਬਣਿਆ। ਮੈਨੂੰ ਲੱਗਦਾ ਬਹੁਤ ਸਾਰੇ ਇਸ ਤਰ੍ਹਾਂ ਦੇ ਮੁੱਦਿਆਂ ਦਾ ਸੰਘਰਸ਼ ਬਣਿਆ। ਭਾਰਤ ਦੇ ਲੋਕਾਂ ਨੂੰ ਸੰਘਰਸ਼ ਕਰਕੇ ਆਪਣੀਆਂ ਲੋੜਾਂ, ਆਪਣੀਆਂ ਜਿੱਤਾਂ, ਆਪਣੀਆਂ ਮੰਗਾਂ ਕਿੱਦਾਂ ਮਨਾਉਣੀਆਂ, ਇੱਕ ਵਾਰੀ ਦੁਬਾਰਾ ਉਹਨਾਂ ਦੇ ਵਿੱਚ ਹੌਸਲਾ ਪੈਦਾ ਕੀਤਾ। ਮੈਨੂੰ ਲੱਗਦਾ ਇਸ ਕਿਸਾਨੀ ਸੰਘਰਸ਼ ਨੂੰ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ, ਸਿਆਸੀ ਪਾਰਟੀਆਂ ਨੇ, ਜਿਹੜੀਆਂ ਚਾਹੁੰਦੀਆਂ ਨੇ ਕਿ ਸਾਨੂੰ ਡਰਾਇੰਗ ਰੂਮਾਂ ਦੇ ਵਿੱਚ ਬੈਠ ਕੇ, ਟਵਿੱਟਰਾਂ ਤੇ ਬੈਠ ਕੇ ਸਾਡੀ ਜਿਹੜੀ ਰਾਜਨੀਤੀ ਆ ਉਹ ਲੋਕਾਂ ਤੱਕ ਪਹੁੰਚ ਜੇ, ਸ਼ਾਇਦ ਉਹਨਾਂ ਨੂੰ ਵੀ ਇਹ ਸਬਕ ਸਿੱਖਣਾ ਚਾਹੀਦਾ ਕਿ ਸੜਕਾਂ ਤੇ ਆਏ ਬਗੈਰ, ਜੇਲਾਂ ਜਾਣ ਤੋਂ ਬਗੈਰ ਤੁਹਾਡਾ ਇਹ ਜਿਹੜੀ ਗੱਲ ਆ ਦੁਬਾਰਾ ਜਨਤਾ 'ਚ ਨਹੀਂ ਜਾਣੀ। ਤੁਹਾਡਾ ਜਿਹੜਾ ਭਰੋਸਾ ਉਹ ਜਨਤਾ ਤੋਂ ਉੱਠ ਚੁੱਕਾ। ਸੋ ਇਸ ਅੰਦੋਲਨ ਨੇ ਬਹੁਤ ਸਾਰੇ ਲੋਕਾਂ ਨੂੰ ਸਿੱਖਿਆ ਦਿੱਤੀ ਹੈ ਤੇ ਇੱਕ ਹੋਰ ਬਹੁਤ ਵੱਡੀ ਸਿੱਖਿਆ ਕਿ ਆਪਸੀ ਭਾਈਚਾਰੇ ਦੀ ਇਹਨਾਂ ਸਿਆਸੀ ਪਾਰਟੀਆਂ ਨੇ ਆਪਣੇ ਸੌੜੇ ਹਿੱਤਾਂ ਲਈ, ਆਪਣੇ ਛੋਟੇ ਹਿੱਤਾਂ ਲਈ ਬਹੁਤ ਸਾਰੇ ਲੋਕਾਂ ਨੂੰ ਧਰਮਾਂ ਦੇ ਨਾਂ ਤੇ, ਜਾਤਾਂ ਦੇ ਨਾਂ ਤੇ ਜਾਂ ਹੋਰ ਬਹੁਤ ਸਾਰੇ ਮੁੱਦਿਆਂ ਦੇ ਨਾਂ ਤੇ ਵੰਡਿਆ ਸੀ। ਇਹਨਾਂ ਨੇ ਜਾ ਕੇ ਦਿਖਾਇਆ ਕਿ ਹਰਿਆਣੇ ਦੇ ਵਿੱਚ ਬਹਿ ਕੇ, ਹਰਿਆਣੇ ਵਾਲੇ ਦੇ ਨਾਲ ਰਲ ਮਿਲ ਕੇ ਕਿਸ ਤਰ੍ਹਾਂ ਇਸ ਸੰਘਰਸ਼ ਨੂੰ, ਰਾਜਸਥਾਨ ਦੇ ਲੋਕਾਂ ਨਾਲ ਮਿਲ ਕੇ, ਉੱਤਰ ਪ੍ਰਦੇਸ਼ ਦੇ ਲੋਕਾਂ ਨਾਲ ਮਿਲ ਕੇ, ਮੱਧ ਪ੍ਰਦੇਸ਼ ਦੇ, ਪੂਰੇ ਭਾਰਤ ਤੋਂ ਇਹ ਜਥੇਬੰਦੀਆਂ ਜਾਂ ਲੋਕ ਸਪੋਰਟਰ ਆਉਂਦੇ ਆ, ਉਹਨਾਂ ਨਾਲ ਰਲ ਕੇ ਇਹ ਕਿਸ ਤਰ੍ਹਾਂ ਜਿਹੜਾ ਹੈ ਸੰਘਰਸ਼ ਨੂੰ ਕਾਮਯਾਬ ਕੀਤਾ ਜਾ ਸਕਦਾ। ਤੇ ਜਿਹੜੀ ਤੁਹਾਡਾ ਇੱਕ ਹੋਰ ਸਵਾਲ ਸੀ ਫੈਡਰਲ ਢਾਂਚੇ ਦਾ, ਮੈਂ ਉਹ ਵੀ ਦੱਸ ਜਾ। ਤੁਸੀਂ ਦੇਖੋ, ਇੱਕ ਸਟੇਟ ਲਿਸਟ ਆ, ਕੌਨਕਰੈਂਟ ਲਿਸਟ ਆ ਤੇ ਫਿਰ ਸੈਂਟਰ ਦੀ ਲਿਸਟ ਆ। 8 ਜਗ੍ਹਾ ਤੇ ਇਹ ਜਿਹੜਾ ਮੁੱਦਾ ਹੈ ਖੇਤੀ ਦਾ, ਇਹ ਸਟੇਟ ਦਾ ਮੁੱਦਾ, ਸੂਬੇ ਦਾ ਮੁੱਦਾ। ਲੇਕਿਨ ਮੈਂ ਇਹ ਵੀ ਨਾਲ ਦੇ ਨਾਲ ਦੱਸਦਾ ਕਿ ਜਦੋਂ ਇਹ ਕਾਨੂੰਨ ਬਣਾਏ ਗਏ ਸੀ, ਬੜੀ ਚਲਾਕੀ ਦੇ ਨਾਲ ਇਹਨੂੰ ਬਿੱਲ ਲਿਆਂਦੇ, ਫਿਰ ਕਾਨੂੰਨ ਬਣੇ, ਕਿਉਂਕਿ ਕਾਰਪੋਰੇਟ ਦਾ ਜ਼ਿਕਰ ਸੀ ਉਹ 'ਚ, ਖੇਤੀਬਾੜੀ ਦਾ ਸਿੱਧਾ ਜ਼ਿਕਰ ਨਹੀਂ ਸੀ, ਤਾਂ ਕਿ ਇਸ ਗੱਲ ਨੂੰ ਜਿਹੜਾ ਹੈ ਉਹ ਨਕਾਰਿਆ ਜਾ ਸਕੇ। ਵੈਸੇ ਸੁਪਰੀਮ ਕੋਰਟ ਦੇ ਵਿੱਚ ਹਜੇ ਵੀ ਇਹ ਜਿਹੜਾ ਹੈ ਇਹ ਪਟੀਸ਼ਨ ਦਾਇਰ ਆ ਕਿ ਜਿਹੜੀਆਂ ਪਟੀਸ਼ਨਾਂ ਉਹਨਾਂ ਨੇ ਫਾਈਲ ਕੀਤੀਆਂ ਕਿ ਇਹ ਤਾਂ ਸਾਡਾ ਫੈਡਰਲ ਮੁੱਦਾ ਹੈ, ਸੂਬਿਆਂ ਦਾ ਮੁੱਦਾ ਹੈ, ਇਹਨੂੰ ਇਹ ਜਿਹੜੀ ਸੈਂਟਰ ਸਰਕਾਰ ਹੈ ਇਸ ਤੇ ਕਾਨੂੰਨ ਬਣਾ ਹੀ ਨਹੀਂ ਸਕਦੀ। ਖੈਰ, ਸੁਪਰੀਮ ਕੋਰਟ ਦੇ ਵਿੱਚ ਹਜੇ ਤੱਕ ਇਹਦੀ ਸੁਣਵਾਈ ਨਹੀਂ ਹੋਈ। ਲੇਕਿਨ ਗੱਲ ਵਾਪਸ ਆਉਂਦੇ ਆ, ਕਿਉਂਕਿ ਗੱਲ ਬਹੁਤ ਵੱਧ ਜਾਂਦੀ ਹੈ। ਅੱਜ ਉਹ ਮੌਕਾ ਹੈ, ਸੰਭਾਵਨਾ ਹੈ। 12 ਵਜੇ ਉਹ ਪੱਤਰ ਆਉਣ ਦੀ ਉਡੀਕ ਆ ਤੇ 2 ਵਜੇ ਅੱਜ ਦੁਪਹਿਰੇ ਬੈਠਕ ਹੋਣ ਜਾ ਰਹੀ ਆ ਤੇ ਉਮੀਦ ਕੀਤੀ ਜਾਂਦੀ ਹੈ, ਸੰਭਾਵਨਾ ਇਹ ਲੱਗ ਰਹੀ ਆ ਕਿ ਅੱਜ ਅੰਦੋਲਨ ਖਤਮ ਹੋ ਜਾਏਗਾ ਤੇ ਜਿਹੜੇ ਕਿਸਾਨ ਆ ਸਾਲ ਭਰ ਤੋਂ ਵੀ ਵੱਧ, ਤੇ ਜਿਹੜੀਆਂ ਸੂਬਿਆਂ ਦੇ ਵਿੱਚ 1.25 ਸਾਲ ਤੋਂ ਵੀ ਵੱਧ ਬੈਠੇ ਆ, ਉਹ ਸ਼ਾਇਦ ਘਰ ਪਰਤ ਸਕਣ। ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਕਮਰ ਗਰੇਵਾਲ ਨੇ ਗਾਇਆ ਸੀ। ਮੇਰੇ ਵੀ ਅਥਰੂ ਤਿਪ ਤਿਪ ਵਗੇ ਸੀ, ਕਿਉਂਕਿ ਉਹ ਮੰਜ਼ਰ ਬੜੇ ਹਿਰਦੇ ਵੇਦਕ ਸੀ। ਉਹ ਜੋ ਦ੍ਰਿਸ਼ ਦਿਸਦੇ ਸੀ ਨਾ, ਹੌਲਨਾਕ ਸੀਗੇ। ਖੈਰ, ਉਹ ਤਾਂ ਦੁਨੀਆ ਭਰ ਦੇ ਵਿੱਚ ਤਸਵੀਰਾਂ ਗਈਆਂ, ਉਸੇ ਤਸਵੀਰਾਂ ਨੇ ਇਸ ਅੰਦੋਲਨ ਨੂੰ ਵਿਸ਼ਵ ਪੱਧਰੀ ਬਣਾਇਆ। ਤੇ ਜਿਸ ਅੰਦੋਲਨ ਲਈ ਕਦੇ ਅਕਾਲੀ ਦਲ ਜਾਣਿਆ ਜਾਂਦਾ ਸੀ, ਮੈਨੂੰ ਯਾਦ ਹੈ 75 ਦੇ ਵਿੱਚ ਦੇਸ਼ ਦੇ ਵਿੱਚ ਐਮਰਜੈਂਸੀ ਲੱਗ ਜਾਂਦੀ ਆ, ਸਾਰਾ ਦੇਸ਼ ਸੁਸਰੀ ਵਾਂਗ ਸੌਂ ਜਾਂਦਾ, ਵੱਡੇ ਲੀਡਰ ਫੜ ਲਏ ਜਾਂਦੇ ਆ। ਇੰਦਰਾ ਗਾਂਧੀ ਉਦੋਂ ਚਾਹੁੰਦੀ ਸੀ
ਕਿ ਅਕਾਲੀ ਔਰ ਪੰਜਾਬ ਇਸ ਮਾਮਲੇ 'ਚ ਚੁੱਪ ਰਵੇ, ਜੋ ਕਹਿੰਦੇ ਆ ਮੰਨ ਲੈਂਦੇ ਆ। ਪਰ ਕਿੱਥੇ, ਜਦੋਂ ਤੁਹਾਡੇ ਕੋਲ ਵੱਡੀਆਂ ਵਿਰਾਸਤਾਂ ਹੋਣ, ਕਿਸੇ ਨਾ ਕਿਸੇ ਕੋਨੇ 'ਚੋਂ ਆਵਾਜ਼ ਉੱਠੀ ਪੈਂਦੀ ਆ। ਕਈ ਵਾਰੀ ਚਾਹੁੰਦਿਆਂ ਤੇ ਕਈ ਵਾਰੀ ਨਾ ਚਾਹੁੰਦਿਆਂ ਲੀਡਰਸ਼ਿਪ ਨੂੰ ਅੱਗੇ ਵਧਣਾ ਪੈਂਦਾ। ਉਦੋਂ ਅਕਾਲੀ ਨਾਇਕ ਸੀਗੇ ਔਰ ਉਹਨਾਂ ਨੇ ਨਾਇਕਾਂ ਵਾਂਗ ਅੱਗੇ ਵੱਧ ਕੇ, ਭਾਵੇਂ ਉਹ ਅਸੀਂ 2 ਦਹਾਕਿਆਂ ਦੀ ਪੀੜ ਸਹੀ, 84 ਤੋਂ ਬਾਅਦ ਸਾਡੀਆਂ 2 ਪੀੜ੍ਹੀਆਂ ਗਰਕੀਆਂ ਨੇ ਵੱਖ-ਵੱਖ ਤਰ੍ਹਾਂ, ਅੱਜ ਵੀ ਅਸੀਂ ਬਹੁਤ ਭਾਰੀ ਕਰਜ਼ ਥੱਲੇ ਦੱਬੇ ਆ, ਬਹੁਤ ਕੀਮਤ ਚੁਕਾਈ ਆ। ਪਰ ਜੀਂਦੇ ਹੋਣ ਲਈ ਉਹ ਸਿੱਧੂ ਸਾਹਿਬ ਬਾਰ-ਬਾਰ ਕਹਿੰਦੇ ਹੁੰਦੇ ਆ ਨਾ ਵੀ ਜੇਕਰ ਜੀਂਦੇ ਹੋ ਤਾਂ ਜੀਂਦੇ ਨਜ਼ਰ ਆਣਾ ਤਾਂ ਚਾਹੀਏ ਨਾ। ਮੈਨੂੰ ਇੰਜ ਲੱਗਦਾ ਹੈ ਕਿ ਅਕਾਲੀਆਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਹੁੰਦਾ ਹੋਊਗਾ ਕਿ ਲੜਨਾ ਹੀ ਜ਼ਿੰਦਗੀ ਆ ਤੇ ਲੜਨਾ ਹੀ ਜਿਉਂਦੇ ਰਹਿਣ ਦਾ ਇੱਕੋ ਇੱਕ ਰਾਹ ਵਾ। ਸ਼ਾਇਦ ਉਹ ਸਟਰਗਲ ਘਟੀ ਤੇ ਅੱਜ ਉਹ ਸਰਵਾਈਵਲ ਦੀ ਸਟਰਗਲ 'ਚ ਨੇ, ਲੇਕਿਨ ਪੰਜਾਬ ਦੇ ਲੋਕਾਂ ਨੇ ਆਪਣੀ ਵਿਰਾਸਤ, ਆਪਣੀਆਂ ਪਿਰਤਾਂ, ਆਪਣੀਆਂ ਰਵਾਇਤਾਂ ਨਹੀਂ ਛੱਡੀਆਂ। ਅੱਜ ਅਕਾਲੀ ਦਲ ਇੱਕ ਵਾਰੀ ਫਿਰ ਇੱਕ ਛੋਟੀ ਜਿਹੀ ਖੁਸ਼ੀ ਨਾਲ ਅੱਗੇ ਵਧ ਰਿਹਾ। ਸ਼ਾਇਦ ਸਰਦਾਰ ਸੁੱਚਾ ਸਿੰਘ ਛੋਟੇਪੁਰ, ਸਾਬਕਾ ਕਨਵੀਨਰ ਆਮ ਆਦਮੀ ਪਾਰਟੀ, ਸਾਬਕਾ MLA, ਕਦੇ ਵਜ਼ੀਰ ਵੀ ਹੋ ਰਹੇ ਆ, ਬਟਾਲੇ ਤੋਂ ਟਿਕਟ ਦੇ ਦਾਅਵੇਦਾਰ ਆ, ਸੌਦੇਬਾਜ਼ੀ 'ਚ ਨੇ ਅਕਾਲੀ ਦਲ ਨਾਲ। ਅੱਜ ਅਕਾਲੀ ਦਲ ਨੂੰ ਇੱਕ ਲੀਡਰ ਮਿਲ ਰਿਹਾ। ਇਹਦੇ ਤੇ ਟਿੱਪਣੀ ਦਿਓ, ਫਿਰ ਮੈਂ ਅੱਗੇ ਵੱਧਦਾ ਹਾਂ, ਕਿਉਂਕਿ ਅੱਗੇ ਵਧਣ ਤੋਂ ਬਿਨਾਂ ਚਾਰਾ ਕੋਈ ਨਹੀਂ। ਕਾਂਗਰਸ ਵਾਲੇ ਆ ਸਰਵੇ ਸੁਰਵੇ ਕਰਾਈ ਜਾਂਦੇ ਆ, ਥੱਲੜਲੇ ਪਾਸੇ ਬੇਚੈਨੀ ਵਧੀ ਪਈ ਆ, ਇੱਕ ਦੂਜੇ ਨੂੰ ਪੁੱਛਦੇ ਆ ਖਰੋਚ ਖਰੋਚ ਕੇ, ਯਾਰ ਮੇਰੇ ਸਰਵੇ, ਮੇਰੇ ਹਲਕੇ ਦਾ ਕੀ ਬਣਿਆ, ਮੇਰਾ ਨਾਂ ਉੱਤੇ ਹੀ ਆ ਕਿ ਥੱਲੇ ਆ। ਆਪਸ ਵਿੱਚ ਹੀ ਇੰਨੀ ਕੁੱਕੜ ਖੇਜ ਹੀ ਥੱਲੇ ਆ, ਸਮਝ ਨਹੀਂ ਆਉਂਦੀ। ਇਹਨਾਂ ਨਾਲ ਸਰਕਾਰ ਦੇ ਵਿੱਚ ਹੋਣ ਦਾ ਜਸ਼ਨ ਕਰੀਏ ਜਾਂ ਇਹਨਾਂ ਨੂੰ ਵਧਾਈ ਦਈਏ ਕਿ ਤੁਸੀਂ ਅਜੇ ਵੀ ਐਜ ਤੇ ਹੋ। ਲੇਕਿਨ ਜੇ ਦੂਜੇ ਬੰਨੇ ਦੇਖੀਏ ਤੇ ਇਹਨਾਂ ਨਾਲ ਅਫਸੋਸ ਕਰਨ ਨੂੰ ਜੀ ਕਰਦਾ ਕਿ ਸਭ ਕੁਝ ਹੁੰਦਿਆਂ ਸੁਣਦਿਆਂ ਇਹਨਾਂ ਦੇ ਦਿਲ ਇੰਨੇ ਹੋਏ ਪਏ ਆ, ਡਰੇ ਜੇ ਪਏ। ਕੀ ਕਹਿੰਦੇ ਹੋ? ਮੈਨੂੰ ਯਾਦ ਆ ਜਦੋਂ ਸੁੱਚਾ ਸਿੰਘ ਛੋਟੇਪੁਰ ਕਨਵੀਨਰ ਸੀ ਪੰਜਾਬ ਦੇ, ਬਣਾਏ ਗਏ, ਬਹੁਤ ਜ਼ਿਆਦਾ ਹੰਗਾਰਾ ਪਾਰਟੀ ਨੂੰ ਮਿਲ ਰਿਹਾ ਸੀ। ਤੇ ਆਪਾਂ ਨੂੰ ਸਾਰਿਆਂ ਨੂੰ ਯਾਦ ਆ ਸਨ 2016 ਦੇ ਵਿੱਚ ਇਸ ਚੀਜ਼ ਨੇ ਪਾਰਟੀ ਦਾ, ਯਾਨੀ ਕਿ ਆਮ ਆਦਮੀ ਪਾਰਟੀ ਦਾ ਬਹੁਤ ਫੈਲਾਅ ਕੀਤਾ, ਬਹੁਤ ਇਹਨੂੰ ਸਪਰੈਡ ਕੀਤਾ, ਇਹਦੀਆਂ ਜੜ੍ਹਾਂ ਹੌਲੀ-ਹੌਲੀ ਧਰਤੀ ਤੇ ਲਾਈਆਂ, ਜ਼ਮੀਨ ਤੇ ਲਾਈਆਂ। ਲੇਕਿਨ ਅਚਾਨਕ ਜਦੋਂ ਸੁੱਚਾ ਸਿੰਘ ਛੋਟੇਪੁਰ ਹੋਣਾ ਨੂੰ ਪਾਰਟੀ ਦੇ ਵਿੱਚੋਂ ਨਿਕਲਣਾ ਪਿਆ, ਜਾਂ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦੇ ਮਤਭੇਦ ਪੈਦਾ ਹੋ ਗਏ, ਔਰ ਜਿਨ੍ਹਾਂ ਮੁੱਦਿਆਂ ਤੇ ਮਤਭੇਦ ਪੈਦਾ ਹੋਏ ਸੀ ਰੰਧਾਵਾ ਜੀ, ਆਮ ਆਦਮੀ ਪਾਰਟੀ ਕਦੇ ਉਹਨੂੰ ਜਨਤਕ ਜਾਂ ਉਹਨੂੰ ਸਾਬਿਤ ਨਹੀਂ ਕਰ ਪਾਈ। ਬਹੁਤ ਕਿਹਾ ਕਿ ਅਸੀਂ ਕਮੇਟੀਆਂ ਬਣਾਵਾਂਗੇ, ਜਾਂਚ ਕਰਵਾਵਾਂਗੇ, ਉਹ ਮਸਲਾ ਉਸੇ ਤਰ੍ਹਾਂ ਰੁਲ ਗਿਆ। ਨਾ ਉਸ ਮਸਲੇ ਦੇ ਬਾਰੇ ਕਦੇ ਸੁੱਚਾ ਸਿੰਘ ਛੋਟੇਪੁਰ ਹੋਣਾ ਨੇ ਗੱਲ ਕੀਤੀ, ਨਾ ਆਮ ਆਦਮੀ ਪਾਰਟੀ ਨੇ। ਹੁਣ ਜਦੋਂ ਇੱਕ ਉਹਨਾਂ ਦੀ ਸਿਆਸਤ ਦੇ ਵਿੱਚ ਨਵਾਂ ਮੋੜ ਆ ਰਿਹਾ, ਜਿਹਦੀ ਸੰਭਾਵਨਾ ਕਿ ਅੱਜ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਿਲ ਜਾਣਗੇ, ਇੱਕ ਨਵੀਂ ਬਾਰੀ ਉਹ ਖੇਲਣ ਜਾ ਰਹੇ ਆ ਆਪਣੀ ਇਸ ਸਿਆਸਤ ਦੀ। ਹੋ ਸਕਦਾ, ਕਿਉਂਕਿ ਅੱਜ ਵੀ ਬਹੁਤ ਸਾਰੇ ਲੋਕ ਸ਼ਾਇਦ ਕਦੇ ਸਮਝਦੇ ਸੀ ਕਿ ਸਿਆਸਤਦਾਨ ਜਦੋਂ ਤੋਂ ਆਮ ਆਦਮੀ ਪਾਰਟੀ ਤੋਂ ਵੱਖਰੇ ਹੋਏ ਸੀ ਕਿ ਸ਼ਾਇਦ ਉਹਨਾਂ ਦੀ ਸਿਆਸਤ ਖਤਮ ਹੋ ਗਈ ਆ। ਮੇਰਾ ਇਹ ਮੰਨਣਾ, ਔਰ ਬਹੁਤ ਸਾਰੇ ਹੋਰ ਲੋਕਾਂ ਦਾ ਮੰਨਣਾ, ਕਿ ਸਿਆਸਤਦਾਨ ਕਦੇ ਮਰਦਾ ਨਹੀਂ। ਉਹ ਕਦੋਂ ਜਿਉਂਦਾ ਹੋ ਜਾਂਦਾ, ਕਦੋਂ ਦੁਬਾਰਾ ਜੀਵਿਤ ਹੋ ਜਾਂਦਾ, ਇਹ ਕਦੇ ਉਹਦੇ ਬਾਰੇ ਨਹੀਂ ਕਿਹਾ ਜਾ ਸਕਦਾ। ਬਹੁਤ ਵਾਰੀ ਅਸੀਂ ਲੋਕਾਂ ਨੂੰ ਕਹਿ ਦਿੰਦੇ ਹਾਂ ਕਿ ਇਹਦੀ ਤਾਂ ਹੁਣ ਸਿਆਸਤ ਖਤਮ ਹੋ ਗਈ, ਜਾਂ ਇਹਦਾ ਜਿਹੜਾ ਸਮਾਂ ਬੀਤ ਗਿਆ। ਸੋ ਦੇਖਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਜੋ ਇਸ ਟਾਈਮ ਪੂਰਾ ਜੂਝ ਰਿਹਾ, ਤੇ ਉਹ ਦੁਬਾਰਾ ਸੱਤਾ ਦੇ ਵਿੱਚ ਆਉਣ ਲਈ ਹਰ ਹੀਲਾ ਵਸੀਲਾ ਉਹ ਵਰਤ ਰਿਹਾ। ਦੇਖਦੇ ਆ ਕਿ ਆ ਕੇ ਉਹ ਗੁਰਦਾਸਪੁਰ ਦੇ ਖਾਸ ਇਲਾਕੇ ਦੇ ਵਿੱਚ, ਮਾਝੇ ਦੇ ਵਿੱਚ, ਉਹਨਾਂ ਨੂੰ ਕਿੰਨੀ ਕੁ ਤਾਕਤ ਪ੍ਰਦਾਨ ਕਰਦੇ ਨੇ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਇਹ ਸਾਰਿਆਂ ਦੀ ਨਜ਼ਰ ਉਹਨਾਂ ਦੀ ਸੰਭਾਵਨਾ ਜਿਹੜੀ ਆ ਅੱਜ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਦੀ, ਉਸ ਤੇ ਰਹੇਗੀ। ਜੀ ਮਨਪ੍ਰੀਤ ਜੀ, ਕੁਦਰਤੀ ਤੌਰ ਤੇ ਕਦੇ ਮਾਝੇ ਦੇ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਪ੍ਰਕਾਸ਼ ਸਿੰਘ ਮਜੀਠਾ, ਜੇ ਤੁਸੀਂ ਉਸ ਤੋਂ ਅੱਗੇ ਵੱਧ ਜਾਂਦੇ ਸੀ ਤੇ ਨਿਰਮਲ ਸਿੰਘ ਕਾਹਲੋਂ, ਸੇਵਾ ਸਿੰਘ ਸੇਖਵਾਂ, ਆਪਣਾ ਸੁੱਚਾ ਸਿੰਘ ਲੰਗਾਹ ਵੀ ਤੁਸੀਂ ਕਹਿ ਸਕਦੇ ਹੋ, ਬਲਬੀਰ ਸਿੰਘ ਬਾਠ, ਔਰ ਇੱਧਰ ਰਤਨ ਸਿੰਘ ਅਜਨਾਲਾ, ਕਿੱਡੀ ਲੰਬੀ ਫਹਿਰਿਸਤ ਸੀ, ਮਨਮੋਹਨ ਸਿੰਘ ਸਠਿਆਲਾ, ਕਈ ਵੱਡੇ ਨਾਂ ਸੀ। ਲੇਕਿਨ ਉਹਨਾਂ ਸਾਰੇ ਨਾਵਾਂ ਦਾ ਹੌਲੀ ਹੌਲੀ ਹਾਸ਼ੀਏ ਤੇ ਚਲੇ ਜਾਣਾ, ਔਰ ਅੱਜ ਸੁੱਚਾ ਸਿੰਘ ਛੋਟੇਪੁਰ ਦੀ ਪ੍ਰਸੰਗਿਕਤਾ, ਉਹਨਾਂ ਦੀ ਰੈਲੇਵੈਂਸ, ਇਹ ਵਾਕਈ ਇਸ ਖਿੱਤੇ ਦੇ ਵਿੱਚ ਅਕਾਲੀ ਦਲ ਲਈ ਇੱਕ ਸੰਜੀਵਨੀ ਹੋ ਸਕਦੀ। ਹਾਲਾਂਕਿ ਬਟਾਲੇ ਦੀ ਸੀਟ ਤੁਹਾਨੂੰ ਪਤਾ ਹੈ, ਜੇ ਉਹਨਾਂ ਨੂੰ ਦਿੰਦੇ ਆ ਤੇ ਬੜੀ ਔਖੀ ਆ। ਹਿੰਦੂ ਬਹੁਗਿਣਤੀ ਵਾਲਾ ਇਲਾਕਾ ਹੈ। ਪਿਛਲੀ ਵਾਰੀ ਲੋਧੀ ਨੰਗਲ ਇਸ ਕਰਕੇ ਜਿੱਤ ਗਏ ਸੀ ਕਿਉਂਕਿ ਪਿੰਡਾਂ ਦੇ ਵਿੱਚੋਂ ਵੋਟ ਜਿਹੜੀ ਕਾਫੀ ਪਈ, ਸ਼ਹਿਰੀ ਵੋਟ ਵੰਡ ਹੋ ਗਈ। ਗੁਰਪ੍ਰੀਤ ਘੁੱਗੀ ਉੱਥੋਂ ਆਮ ਆਦਮੀ ਪਾਰਟੀ ਵੱਲੋਂ ਬਹੁਤ ਸਾਰੀ ਵੋਟ ਲੈ ਗਏ ਸੀ, ਜਿੱਤ ਨਹੀਂ ਸਕੇ। ਲੇਕਿਨ ਉਹ ਕਾਂਗਰਸ ਦੇ ਉਮੀਦਵਾਰ ਅਸ਼ਵਨੀ ਸੇਖਣੀ ਦਾ ਕੈਰੀਅਰ ਦਾਅ ਤੇ ਲਾ ਗਏ। ਜਿੱਥੇ ਅਜੇ ਵੀ ਲੜਾਈ ਆ ਕਿ ਉੱਥੋਂ ਟਿਕਟ ਕਿਹਨੂੰ ਮਿਲਣੀ ਆ, ਉੱਥੇ ਅਮਰਦੀਪ ਸਿੰਘ ਚੀਮਾ ਜਿਹੜੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਆ, ਉਹ ਤਗੜੇ ਦਾਅਵੇਦਾਰ ਹੋ ਗਏ ਆ। ਬਾਜਵਾ ਦੇ ਜਾਣ ਤੋਂ ਬਾਅਦ ਉੱਥੋਂ ਪ੍ਰਤਾਪ ਸਿੰਘ ਬਾਜਵਾ ਕਾਦੀਆਂ 'ਚ ਜਾ ਖੜੇ ਨੇ। ਹੁਣ ਇਹ ਦੇਖਣਾ ਹੋਊਗਾ ਕਿ ਦੋ ਭਰਾਵਾਂ ਨੂੰ ਟਿਕਟ ਮਿਲ ਸਕਦੀ ਕਿ ਨਹੀਂ। ਲੇਕਿਨ ਹੁਣ ਮੈਂ ਅੱਗੇ ਆਵਾਂਗਾ,
ਜਦੋਂ ਤੁਸੀਂ ਸੁੱਚਾ ਸਿੰਘ ਛੋਟੇਪੁਰ ਦੀ ਗੱਲ ਕਰਦੇ ਹੋ, ਤੁਹਾਡੇ ਆਪ ਮੁਹਾਰੇ ਆਮ ਆਦਮੀ ਪਾਰਟੀ ਆਖ ਲਾਉਂਦੀ ਹੈ। ਆਮ ਆਦਮੀ ਪਾਰਟੀ ਇੱਕ ਚੰਗੇ ਕਵਾਇਦ ਵਿੱਚ ਸੀ 17 ਤੋਂ ਪਹਿਲਾਂ। ਬੜਾ ਉਹਨਾਂ ਦਾ ਰੌਲਾ ਸੀ ਕਿ 100 ਸੀਟਾਂ ਤੱਕ ਜਾਣਗੇ। ਗਲਤ ਫੈਸਲੇ ਨੇ ਇੱਕ ਲੀਡਰਸ਼ਿਪ ਦੇ ਮਾਮਲੇ 'ਚ ਕਿ ਤੇ ਬੰਦਾ ਜ਼ਿਆਦਾ ਵੱਡਾ ਹੋ ਰਿਹਾ, ਉਹਨੂੰ ਫਸਾਉਣ ਦੇ ਚੱਕਰ 'ਚ ਛੋਟੇਪੁਰ ਨੂੰ ਆਪ ਛੋਟੇ ਪੈ ਗਏ। ਉਹਨਾਂ ਨੇ 20 ਸੀਟਾਂ ਤੱਕ ਹੀ ਆਪਣੇ ਆਪ ਨੂੰ ਸੀਮਤ ਕਰ ਲਿਆ। ਹੁਣ ਜਦੋਂ ਰਾਘਵ ਚੱਡਾ ਕੱਲ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਤੇ ਚੰਨੀ ਦੇ ਰਲੇ ਹੋਣ ਦੀ ਗੱਲ ਕਰ ਰਿਹਾ, ਤੇ ਇਹਦੇ ਤੇ ਮੈਨੂੰ ਥੋੜਾ ਜਿਹਾ ਪਹਿਲਾਂ ਤੇ ਇਹ ਲੱਗਦਾ ਹੈ ਵੀ ਸਭ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਚੰਦੂ ਮਾਜਰਾ ਸਾਹਿਬ, ਮਹੇਸ਼ਿੰਦਰ ਗਰੇਵਾਲ ਤੇ ਚੀਮਾ ਨੇ ਪ੍ਰੈਸ ਕਾਨਫਰੰਸ ਕੀਤੀ। 164 ਦੇ ਅਖੇ ਬਿਆਨ ਹੋ ਗਏ, ਸੁਖਬੀਰ ਨੂੰ ਫਸਾਉਣ ਲੱਗੇ ਆ। ਫਿਰ ਸੁਖਬੀਰ ਜੀ ਨੇ ਪ੍ਰੈਸ ਕਾਨਫਰੰਸ ਕੀਤੀ, ਅਖੇ ਮਜੀਠੀਆ ਨੂੰ ਫਸਾਉਣ ਲੱਗੇ ਆ। ਕੱਲ ਪਰਸੋਂ ਰੌਲਾ ਪੈ ਗਿਆ, ਦਲਜੀਤ ਚੀਮਾ ਨੇ ਕਹਿਤਾ ਜੀ ਉੱਥੇ ਵੀ 164 ਦੇ ਬਿਆਨ ਹੋ ਗਿਆ ਦਿੱਲੀ ਦੇ ਲੌਂਜ ਵਿੱਚ। ਕੱਲ ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਾਨੂੰ ਇੱਕ ਅਫਸਰ ਦੱਸ ਗਿਆ ਵੀ ਇਹਨਾਂ ਨੇ ਮਿਲੀ ਭੁਗਤ ਕਰ ਲਈ ਆ, ਵੀ ਉਹਨੂੰ ਫੜ ਲਓ ਤੇ ਫੜ ਕੇ ਨਾਲ ਹੀ ਜ਼ਮਾਨਤ ਮਿਲਣ ਜੋਗਾ ਕਰ ਦਿਓ। ਸਵਾਲ ਤਾਂ ਇਹ ਹੈ ਕਿ ਜੇ ਪਹਿਲੀ ਗੱਲ ਤਾਂ ਫੜਨਾ ਕਿਉਂ ਭਾਈ, ਅਗਲਾ ਪੋਲੀਟੀਸ਼ੀਅਨ ਹੈ, ਜੇ ਉਹਦੇ ਖਿਲਾਫ ਕੁਝ ਹੈਗਾ ਤੇ ਅਦਾਲਤ ਚਲੇ ਜਾਓ, ਅਦਾਲਤ ਨੂੰ ਦੱਸੋ ਜਾ ਕੇ ਵੀ ਇਸ ਬੰਦੇ ਦੇ ਖਿਲਾਫ ਸਾਡੇ ਕੋਲ ਆ ਹੈਗਾ ਤੇ ਸਾਨੂੰ ਹੁਣ ਇਹਦੀ ਹਿਰਾਸਤੀ ਇਨਵੈਸਟੀਗੇਸ਼ਨ ਚਾਹੀਦੀ ਹੈ, ਕਸਟੋਡੀਅਲ ਜਾਂਚ ਇਹਦੀ ਕਰਨੀ ਆ, ਤੇ ਫਿਰ ਤੇ ਗੱਲ ਬਣਦੀ ਹੈ ਨਾ। ਇਹ ਐਵੇਂ ਹੀ ਸਿਆਸਤ ਨੂੰ ਇਸ ਪਾਸੇ ਲਈ ਗਏ। ਪਰ ਮੈਨੂੰ ਉਸ ਇੱਕ ਵੱਡੇ ਪੱਤਰਕਾਰ ਦੀ ਉਹ ਟਿੱਪਣੀ ਤੇ ਵੀ ਜ਼ਰੂਰ ਗੱਲ ਕਰਿਓ ਵੀ ਦਿੱਲੀ ਦੇ ਸੂਬੇਦਾਰ ਸਾਡੇ ਤੇ ਭਾਰੀ ਕਿਉਂ ਹੋਣ। ਆਪਾਂ ਫੈਡਰਲ ਢਾਂਚੇ ਦੀਆਂ ਗੱਲਾਂ ਕਰਦੇ ਕਰਦੇ ਵਿਕੇਂਦਰੀਕਰਨ ਦੀ ਗੱਲ ਕਿਉਂ ਨਹੀਂ ਕਰਦੇ? ਸੱਤਾ ਨੂੰ ਕੇਂਦਰ ਬਣਾ ਕੇ ਕੇਂਦਰੀ ਕਿਉਂ ਤੋਰੇ? ਭਾਵੇਂ ਰਾਘਵ ਚੱਡਾ, ਸਸੋਦੀਆ ਹੋਵੇ ਜਾਂ ਕੇਜਰੀਵਾਲ, ਪੰਜਾਬ ਵਾਲੇ ਮਰ ਗਏ ਨੇ। ਭਗਵੰਤ ਮਾਨ ਤੋਂ ਲੈ ਕੇ ਹਰਪਾਲ ਚੀਮੇ ਤੋਂ ਲੈ ਕੇ ਕਿੰਨੇ ਵੱਡੇ ਵੱਡੇ ਲੀਡਰ ਆ ਜਿਹੜੇ ਹੁਣ ਵੀ ਅਜੇ 10-11 MLA ਬਚੇ ਆ। ਰੋਜ਼ ਇਹਨਾਂ ਨੂੰ ਕਹੋ ਫਲਾਣੇ ਥਾਂ ਪ੍ਰੈਸ ਕਾਨਫਰੰਸ ਕਰੋ, ਫਲਾਣੇ ਥਾਂ ਕਰੋ, ਕਿਉਂ ਨਹੀਂ ਕਰਨ ਲਈ ਕਹਿੰਦੇ? ਜਾਂ ਤੁਸੀਂ ਚਿਹਰੇ ਇੱਥੇ ਆ ਕੇ ਬਣਨਾ ਤੇ ਜਾਂ ਫਿਰ ਤੁਸੀਂ ਪਿੱਛੇ ਰਹਿਣਾ, ਤਾਂ ਪਿੱਛੇ ਰਹੋ ਭਾਈ। ਕਾਂਗਰਸ ਵੱਲੋਂ ਵੀ ਕਿੰਨੇ ਸਾਰੇ ਸੂਬੇਦਾਰ ਆ ਕੇ ਅੱਜ ਕੱਲ ਬੈਠੇ ਹੋਏ ਆ। ਪੰਜਾਬੀਆਂ 'ਚ ਦਮ ਖਮ ਨਹੀਂ ਰਿਹਾ ਕੀ ਜੀ? ਬਿਲਕੁਲ ਤੁਸੀਂ ਗੱਲ ਠੀਕ ਕਹੀ ਹੈ। ਮੈਂ ਥੋੜੀ ਜਿਹੀ ਇੱਕ ਗੱਲ ਦੱਸਦਾ ਕਿ ਜਦੋਂ ਸੰਭਾਵਨਾ ਸੀ ਸੰਨ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ, ਤੇ ਹਜੇ ਨਤੀਜੇ ਆਏ ਨਹੀਂ ਸੀ, ਹਜੇ ਆਉਣੇ ਸੀ। ਬਹੁਤ ਸਾਰੇ ਆਪ ਦੇ ਵਲੰਟੀਅਰਸ ਮਸ਼ੀਨਾਂ ਦੀ ਰਾਖੀ ਕਰ ਰਹੇ ਸੀ। ਇਹ ਤਾਂ ਖੈਰ ਉਹਨਾਂ ਨੂੰ ਬਾਅਦ ਚ ਪਤਾ ਲੱਗਾ ਕਿ ਬਹੁਤ ਜ਼ਿਆਦਾ ਮਸ਼ੀਨਾਂ ਉਹਨਾਂ ਚੋਂ ਉਹਨਾਂ ਦੇ ਹੱਕ ਚ ਨਿਕਲੀਆਂ, ਖਾਲੀ ਮਸ਼ੀਨਾਂ ਦੀ ਰਾਖੀ ਕਰੀ ਗਏ। ਹੁਣ ਜਿਹੜੀ ਅਗਲੀ ਗੱਲ ਆਉਂਦੀ ਆ, ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਇੱਥੇ ਆ ਕੇ ਘਰ ਦੇਖ ਲਏ ਸੀ। ਉਹਨਾਂ ਨੇ ਆਪਣੇ ਘਰ ਨਾਪ ਲਏ ਸੀ, ਇਹ ਦੇਖ ਲਿਆ ਸੀ ਆਹ ਘਰ ਮੈਂ ਲੈਣਾ, ਆਹ ਦਫ਼ਤਰ ਮੇਰਾ ਹੋਊਗਾ, ਆਹ ਅਹੁਦਾ ਮੇਰਾ ਹੋਊਗਾ। ਕਹਿਣ ਦਾ ਮਤਲਬ ਕਿ ਉਸ ਟਾਈਮ ਵੀ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਲਿਆ ਕੇ ਇੱਥੇ ਆਪਣਾ ਪ੍ਰਸ਼ਾਸਨ ਸਥਾਪਿਤ ਕਰਨਾ, ਆਪਣਾ ਰੂਲ ਸਥਾਪਿਤ ਕਰਨ ਦਾ ਇਰਾਦਾ ਉਦੋਂ ਤੋਂ ਸੀ। ਹੁਣ ਵੀ ਉਸੇ ਤਰ੍ਹਾਂ ਜਾਰੀ ਹੈ ਤੇ ਇਸ ਕਰਕੇ ਬਹੁਤ ਸਾਰੇ ਪੰਜਾਬ ਦੇ ਜਿਹੜੇ ਲੀਡਰ ਸੀ ਉਹ ਬਹੁਤ ਨਾਰਾਜ਼ ਹੋਏ ਸੀ ਜੀ। ਮੈਂ ਦੋਸਤਾਂ ਨੂੰ ਇਹ ਜ਼ਰੂਰ ਦੱਸ ਦਿਆਂ ਕਿ ਮਨਪ੍ਰੀਤ ਰੰਧਾਵਾ ਉਸ ਮੌਕਿਆਂ ਦੇ ਉੱਤੇ ਕਾਫੀ ਅੰਦਰ ਤੱਕ ਆਮ ਆਦਮੀ ਪਾਰਟੀ ਦੇ ਸੀ। ਇਹ ਕੋਰ ਟੀਮ 'ਚ ਸੀ ਮੀਡੀਆ ਦੇ ਨਜ਼ਰੀਓਂ। ਇਹ ਕੋਈ ਐਜ਼ ਏ ਪੋਲੀਟੀਸ਼ੀਅਨ ਨਹੀਂ ਸੀਗੇ, ਇੱਕ ਜਰਨਲਿਸਟ ਦੇ ਰੂਪ ਦੇ ਵਿੱਚ ਆਪਣੀਆਂ ਸਰਵਿਸਿਜ਼ ਦੇ ਰਹੇ ਸੀ। ਔਰ ਜਿਹੜੀ ਵੀ ਗੱਲ ਕਹਿ ਰਹੇ ਆ ਉਹ ਬੜੀ ਪੁਖਤਗੀ ਨਾਲ ਕਹਿ ਰਹੇ ਆ। ਇਹ ਕੋਈ ਹਵਾ ਦੀ ਗੱਲ ਨਹੀਂ, ਸੱਚਮੁੱਚ ਇੰਝ ਹੀ ਹੋਊਗਾ ਕਿ ਘਰ ਵੇਖ ਲਏ ਗਏ ਸੀ। ਹੁਣ ਗੱਲ ਅੱਗੇ ਵਧਾ ਦਿਓ ਜੀ। ਅੱਛਾ, ਉਸ ਤੋਂ ਬਾਅਦ ਅਸੀਂ ਆਉਂਦੇ ਆ ਕਈ ਵਾਰੀ ਰਾਘਵ ਚੱਡਾ ਹੋਣਾ ਦੀ। ਮੈਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ, ਤੁਸੀਂ ਬਿਲਕੁਲ ਦਰੁਸਤ ਕਿਹਾ, ਜਦੋਂ ਇੱਕ ਟੀਮ ਲੈ ਜਾਂਦੇ ਆ ਜਾ ਕੇ ਕਹਿੰਦੇ ਦੇਖੋ ਜੀ, ਆਪਣੇ ਵੀਡੀਓ ਵਾਲਿਆਂ ਨੂੰ, ਆਪਣੇ ਪੱਤਰਕਾਰਾਂ ਨੂੰ ਉਹ ਤੇ ਦਿਖਾਉਂਦੇ ਆ ਕਿ ਆਹ ਦੇਖੋ ਜੀ ਇੱਥੇ ਤਾਂ ਰੇਤਾ ਬੜਾ ਗੈਰ ਕਾਨੂੰਨੀ ਢੰਗ ਨਾਲ ਕੱਢਿਆ ਜਾ ਰਿਹਾ ਤੇ ਇਹ ਚਰਨਜੀਤ ਸਿੰਘ ਚੰਨੀ ਹੋਣਾ ਦਾ ਇਲਾਕਾ। ਜਦੋਂ ਉਹੀ ਵੀਡੀਓ ਵਾਲਾ ਉੱਥੇ ਕੁਝ ਲੋਕ ਖੜੇ ਹੁੰਦੇ ਆ, ਹੋ ਸਕਦਾ ਡਰਾਈਵਰ ਹੋਣ, ਕੋਈ ਟਰੱਕ ਆਪਰੇਟਰ ਹੋਣ, ਜਾਂ ਉਹਨਾਂ ਦਾ ਜਿਹੜਾ ਉਹ ਉੱਥੇ ਕੰਮ ਚੱਲ ਰਿਹਾ ਹੋਵੇ ਖੁਦਾਈ ਦਾ, ਉਹਨਾਂ ਨੂੰ ਪੁੱਛਦੇ ਕਿ ਕਿਸ ਭਾਅ ਤੁਸੀਂ ਰੇਤਾ ਲੈ ਰਹੇ ਹੋ? ਉਹ ਕਹਿੰਦੇ ਜੀ ਅਸੀਂ ਪਹਿਲਾਂ ਤਾਂ ਮਹਿੰਗਾ ਮਿਲਦਾ ਸੀ, ਹੁਣ 5 ਰੁਪਏ ਦੇ ਪ੍ਰਤੀ ਫੁੱਟ ਦੇ ਭਾਅ ਦੇ ਨਾਲ ਮਿਲਦਾ। ਤੇ ਫਿਰ ਉਸ ਵੀਡੀਓ ਦਾ ਜਿਹੜਾ ਵਜ਼ਨ ਸੀ ਉਹ ਲਗਭਗ ਖਤਮ ਹੋ ਜਾਂਦਾ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਜਦੋਂ ਦਿੱਲੀ ਜਾਂਦੇ ਆ, ਉਹ ਅਧਿਆਪਕਾਂ ਦੇ ਨਾਲ ਖੜ ਕੇ ਕਹਿੰਦੇ ਆ, ਜਿਹੜੇ ਉਹਨਾਂ ਦੇ ਗੈਸਟ ਲੈਕਚਰਰ ਆ, ਕਿ 22,000 ਇੱਥੇ ਬੈਠੇ ਆ। ਤੇ ਰਾਘਵ ਚੱਡਾ ਨੂੰ ਪੁੱਛਿਆ ਜਾਂਦਾ, ਉਹ ਕਹਿੰਦੇ ਨਵਜੋਤ ਸਿੰਘ ਸਿੱਧੂ ਤਾਂ ਪੰਜਾਬ ਦੀ ਰਾਖੀ ਸਾਵੰਤ ਆ, ਮੈਂ ਤਾਂ ਇਸ ਤੇ ਕਮੈਂਟ ਹੀ ਨਹੀਂ ਕਰਨਾ। ਹੁਣ ਜਿਹੜੀ ਨਵੀਂ ਗੱਲ ਉਹ ਕਰਦੇ ਆ ਕੇ, ਉਹ ਕਹਿੰਦੇ ਇੱਕ ਮੀਟਿੰਗ ਹੋ ਗਈ ਹੈ, ਇੱਕ ਸੀਕ੍ਰੇਟ ਮੀਟਿੰਗ ਹੋ ਗਈ ਹੈ ਚਰਨਜੀਤ ਸਿੰਘ ਚੰਨੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਦੇ ਨਾਲ। ਤੇ ਇਸ ਮੀਟਿੰਗ ਦੇ ਵਿੱਚ ਇਹ ਕਿਹਾ ਗਿਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਫੜ ਲਓ, ਪਰ ਨਾਲ ਦੀ ਨਾਲ ਹੀ ਇੰਨਾ ਕੁ ਕਮਜ਼ੋਰ ਕੇਸ ਹੋਵੇ ਕਿ ਅਗਲੇ ਦਿਨ ਹੀ ਉਹਨਾਂ ਨੂੰ ਜ਼ਮਾਨਤ ਮਿਲ ਜੇ। ਇਹ ਦੱਸੋ, ਬੜੀ ਹਾਸੋਹੀਣ ਗੱਲ ਲੱਗਦੀ ਹੈ ਕਿ ਕੋਈ, ਹਾਂ ਬਹੁਤ ਸਾਰੀਆਂ ਡੀਲਸ ਹੋ ਸਕਦੀਆਂ, ਅਸੀਂ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕਰਦੇ, ਪਰ ਇਸ ਤਰ੍ਹਾਂ ਦੀ ਡੀਲ ਕੋਈ ਕਿਉਂ ਕਰੂਗਾ? ਨਾਲੇ
ਇਹਦੇ ਨਾਲ ਹੀ ਮੈਂ ਅਰਵਿੰਦ ਕੇਜਰੀਵਾਲ ਹੋਣਾ ਦੇ ਉਸ ਬਿਆਨ ਦਾ ਵੀ ਜ਼ਿਕਰ ਕਰਨਾ ਚਾਹੂੰਗਾ, ਜਦੋਂ ਕਹਿੰਦੇ ਸੀ ਕਿ ਮੇਰੇ ਨਾਲ ਘੱਟੋ ਘੱਟ 25 ਤੋਂ 30 ਕਾਂਗਰਸ ਦੇ ਵਿਧਾਇਕ ਮੇਰੇ ਨਾਲ ਸੰਪਰਕ ਦੇ ਵਿੱਚ ਆ, ਕਿਸੇ ਟਾਈਮ ਵੀ ਸਾਡੇ ਨਾਲ ਆਉਣਾ ਚਾਹੁੰਦੇ ਆ, ਲੇਕਿਨ ਅਸੀਂ ਲੈਣਾ ਨਹੀਂ ਕਿਉਂਕਿ ਉਹ ਤਾਂ ਕੂੜਾ। ਇਸ ਤਰ੍ਹਾਂ ਦੇ ਬਿਆਨ ਦੇ ਕੇ ਇਹ ਆਮ ਆਦਮੀ ਪਾਰਟੀ ਦੇਖੋ ਬਹੁਤ ਸ਼ਾਤਰ ਆ ਇਸ ਤਰ੍ਹਾਂ ਦੇ ਕਨਫਿਊਜ਼ਨ ਪੈਦਾ ਕਰਨ ਲਈ ਆ, ਇਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਭਰਮ ਪੈਦਾ ਕਰਨ ਲਈ। ਇਹਨਾਂ ਦਾ ਆਈਟੀ ਸੈੱਲ ਆ ਜਿਹੜਾ ਉਹ ਬਹੁਤ ਸਟਰੋਂਗ ਆ। ਕਿਸੇ ਟਾਈਮ ਇਹਨਾਂ ਨੇ ਸੇਧ ਦਿੱਤੀ ਸੀ, ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਆਈਟੀ ਸੈੱਲ ਬਹੁਤ ਸਟਰੋਂਗ ਹੋ ਗਿਆ। ਪ੍ਰੋਪੋਗੰਡਾ ਕਰਨ ਦੇ ਵਿੱਚ, ਪ੍ਰਚਾਰ ਕਰਨ ਦੇ ਵਿੱਚ ਬਹੁਤ ਮਾਹਰ ਨੇ। ਦੂਸਰੀਆਂ ਪਾਰਟੀਆਂ ਦੇ ਵਿੱਚ ਕਨਫਿਊਜ਼ਨ ਪੈਦਾ ਕਰਨ ਦੇ ਵਿੱਚ ਬਹੁਤ ਮਾਹਰ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਔਰ ਉਹਨਾਂ ਨੂੰ ਇਹ ਲੱਗਦਾ ਵੀ ਆ, ਸੰਭਾਵਨਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਕਿ ਸ਼ਾਇਦ ਬਿਕਰਮ ਸਿੰਘ ਮਜੀਠੀਆ ਹੋਣਾ ਨੂੰ ਫੜਨ ਦੀਆਂ ਤਿਆਰੀਆਂ, ਪਰ ਉਹਨਾਂ ਨੇ ਛੁੱਟ ਜਾਣਾ। ਕਿਉਂਕਿ ਜਿਹੜੇ ਰਾਜਾ ਵੜਿੰਗ ਹੋਣਾ ਨੇ, ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਟਰਾਂਸਪੋਰਟ ਮੰਤਰੀ, ਉਹਨਾਂ ਨੇ ਬੱਸਾਂ ਫੜੀਆਂ ਸੀ। ਬਾਅਦ ਦੇ ਵਿੱਚ ਹਾਈ ਕੋਰਟ ਨੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀ ਕਿ ਇਹਨਾਂ ਨੂੰ ਇਮੀਡੀਏਟਲੀ ਛੱਡਿਆ ਜਾਵੇ, ਇੱਕੋਦਮ ਛੱਡਿਆ ਜਾਵੇ। ਇਹਨਾਂ ਚੀਜ਼ਾਂ ਤੋਂ ਇੱਕ ਤਰ੍ਹਾਂ ਦਾ ਪ੍ਰਭਾਵ ਲੈ ਕੇ ਉਹ ਮੰਨ ਰਿਹਾ ਕਿ ਸ਼ਾਇਦ ਇਸ ਤਰ੍ਹਾਂ ਦਾ ਕੁਝ ਕਰੇਗੀ ਕਾਂਗਰਸ ਸਰਕਾਰ, ਜਿਹਦੇ ਨਾਲ ਉਹਨਾਂ ਨੂੰ ਦੁਬਾਰਾ ਸੱਤਾ ਹਾਸਲ ਕਰਨ ਦੇ ਵਿੱਚ ਸ਼ਾਇਦ ਮਦਦ ਮਿਲੇ। ਉਸ ਭਰਮ ਨੂੰ ਖਤਮ ਕਰਨ ਲਈ ਜਾਂ ਉਸ ਭਰਮ ਨੂੰ ਇੱਕ ਤਰ੍ਹਾਂ ਕਨਫਿਊਜ਼ਨ ਚ ਬਦਲਣ ਲਈ ਉਹ ਸਾਰੀਆਂ ਇਹ ਸਟੇਟਮੈਂਟਸ ਦੇ ਰਹੇ ਨੇ। ਜੀ ਰੰਧਾਵਾ ਜੀ, ਮੈਨੂੰ ਹੁਣ ਇਹ ਵੀ ਦੱਸ ਦਿਓ ਨਾ ਕਿ ਕਾਂਗਰਸੀਆਂ ਦੇ ਵਿੱਚ ਵੀ ਬੜਾ ਪੰਗਾ ਚੱਲਦਾ ਪਿਆ ਥੱਲੇ। ਇਹ ਹੁਣ ਸਰਵੇ 5-7 ਤਰ੍ਹਾਂ ਦੇ ਹੋ ਰਹੇ ਆ, ਤੇ ਵਿਅਕਤੀਗਤ ਤੌਰ ਤੇ ਵੀ ਪਤਾ ਲੱਗਿਆ ਹਰੀਸ਼ ਚੌਧਰੀ ਵੀ ਆਪਣਾ ਸਰਵੇ ਕਰਾ ਰਹੇ ਆ। ਇੱਕ ਇਹ ਵੀ ਪਤਾ ਲੱਗਿਆ ਕਿ ਰਾਹੁਲ ਗਾਂਧੀ ਦੇ ਕਰੀਬੀ ਕ੍ਰਿਸ਼ਨਾ ਵੀ ਕਰਾ ਰਹੇ ਆ। ਇੱਕ ਕਹਿੰਦੇ ਮੁੱਖ ਮੰਤਰੀ ਨੇ ਆਪਣੇ ਅਫਸਰਾਂ ਦੀ ਟੀਮ ਵੀ ਲਾਈ ਹੋਈ ਆ। ਤੇ ਇਹ ਵੀ ਮੈਨੂੰ ਪਤਾ ਲੱਗਿਆ ਕਿ ਐਮਐਲਏ ਬੜੇ ਦੁਖੀ ਨੇ, ਉਹ ਪੁੱਛਦੇ ਫਿਰਦੇ ਆ ਵੀ ਕਿਹੜੀ ਹੁਣ ਟੀਮ ਨੂੰ ਜਾ ਕੇ ਪੁੱਛੀਏ, ਕਿਹਦੇ ਦਰ ਤੇ ਜਾ ਕੇ ਕੁੰਡਾ ਖੜਕਾਈਏ, ਸਾਨੂੰ ਦੱਸੋ ਸਾਡੀ ਕੀ ਪੋਜੀਸ਼ਨ ਆ। ਉਹ ਥੱਲੇ ਸਾਨੂੰ ਕੰਮ ਕਰਨ ਦਿਓਗੇ ਜਾਂ ਸਰਵੇਆਂ ਦੇ ਦੁਆਲੇ ਘੁਮਾਈ ਜਾਓਗੇ। ਹੁਣ ਮੈਨੂੰ ਐਕਚੁਅਲੀ ਗਰਾਊਂਡ ਰਿਐਲਿਟੀ ਥੋੜੀ ਜਿਹੀ ਦੱਸਿਓ ਕਿ ਇਹ ਜਿਹੜੇ ਸਰਵੇ ਹੋ ਰਹੇ ਆ ਇਹਨਾਂ ਨੂੰ ਆਧਾਰ ਕਿਵੇਂ ਮੰਨਣਗੇ, ਕਿਉਂਕਿ ਇਹਨਾਂ ਦਾ ਸੈਂਪਲ ਵੱਖ-ਵੱਖ ਤਰ੍ਹਾਂ ਦਾ ਹੁੰਦਾ ਜੀ। ਬਿਲਕੁਲ। ਦੇਖੋ, ਹਰ ਕੋਈ ਪਾਰਟੀ ਅੱਜ ਕੱਲ ਜਿਹੜੀਆਂ ਪਾਰਟੀਆਂ ਉਹ ਬਹੁਤ ਜ਼ਿਆਦਾ ਹੱਦ ਤੱਕ ਪ੍ਰੋਫੈਸ਼ਨਲ ਹੋ ਚੁੱਕੀਆਂ। ਬਹੁਤ ਸਾਰੇ ਰਣਨੀਤੀਕਾਰ ਉਹ ਬਾਹਰੋਂ ਲੈ ਕੇ ਆਉਂਦੀਆਂ, ਬਹੁਤ ਸਾਰੀਆਂ ਏਜੰਸੀਆਂ ਬਾਹਰੋਂ ਹਾਇਰ ਕਰਦੀਆਂ। ਪਹਿਲਾਂ ਖੈਰ ਇਹਨਾਂ ਗੱਲਾਂ ਦੀ ਜ਼ਰੂਰਤ ਨਹੀਂ ਸੀ ਹੁੰਦੀ। ਆਪਣੇ ਹੀ ਵਰਕਰਾਂ ਤੇ, ਜਿਹੜਾ ਉਹਨਾਂ ਦਾ ਇੰਨਾ ਕੈਡਰ ਹੁੰਦਾ ਸੀ, ਵਰਕਰ ਹੁੰਦੇ ਸੀ, ਉਹਨਾਂ ਤੇ ਭਰੋਸਾ ਕੀਤਾ ਜਾਂਦਾ ਸੀ। ਜੋ ਕੁਝ ਉਹ ਆ ਕੇ ਦੱਸ ਦਿੰਦੇ ਸੀ ਉਹਨਾਂ ਤੇ ਯਕੀਨ ਮੰਨਿਆ ਜਾਂਦਾ ਸੀ। ਕਿਤੇ ਨਾ ਕਿਤੇ ਉਹ ਯਕੀਨ ਟੁੱਟਿਆ। ਇਸੇ ਕਰਕੇ ਕਦੇ ਕਰਨਾਟਕ ਤੋਂ, ਕਦੇ ਆਂਧਰਾ ਪ੍ਰਦੇਸ਼ ਤੋਂ, ਬੰਗਲੌਰ ਤੋਂ, ਹੈਦਰਾਬਾਦ ਤੋਂ ਇਹ ਸਾਰੀਆਂ ਕੰਪਨੀਆਂ ਜਾਂ ਇਹ ਸਰਵੇ ਕਰਨ ਵਾਲੇ ਲੈ ਕੇ ਆਏ ਜਾਂਦੇ ਆ ਤੇ ਉਹ ਫਿਰ ਸਰਵੇ ਕਰਦੇ ਆ। ਦੇਖੋ, ਇਹ ਜਿਹੜਾ ਗੱਲ ਆ, ਜਿਸ ਤਰ੍ਹਾਂ ਤੁਸੀਂ ਕਾਂਗਰਸ ਦੇ ਸਰਵੇ ਦੀ ਗੱਲ ਕੀਤੀ ਕਿ ਲਾਲ ਬੱਤੀ ਜਿਹੜਾ ਜੇ ਲਾਲ ਰੰਗ ਹੋ ਗਿਆ ਤਾਂ ਇਹਦਾ ਮਤਲਬ ਉਹ ਉੱਥੋਂ ਦਾ ਵਿਧਾਇਕ ਜਿੱਤ ਨਹੀਂ ਰਿਹਾ, ਤੇ ਜੇ ਸੰਤਰੀ ਰੰਗ ਦਾ ਹੋ ਗਿਆ, ਉਹਨੂੰ ਕੋਈ ਰੰਗ, ਜਿਹੜੀ ਕਲਰ ਕੋਡਿੰਗ ਦੀ ਮੈਂ ਗੱਲ ਕਰ ਰਿਹਾ, ਤੇ ਸ਼ਾਇਦ ਉਹਦੀ ਸੰਭਾਵਨਾ ਕੈਂਡੀਡੇਟ ਬਦਲ ਦੋ ਤੇ ਨਵਾਂ ਕੈਂਡੀਡੇਟ ਲੈ ਆਓ, ਸ਼ਾਇਦ ਉਹ ਜਿੱਤ ਸਕੇ। ਤੇ ਜੇ ਲਾਲ ਹੋ ਗਿਆ ਤੇ ਉਹ ਜਿੱਤ ਨਹੀਂ ਸਕਦਾ, ਜੇ ਹਰਾ ਹੋ ਗਿਆ ਤੇ ਉਹ ਦੁਬਾਰਾ ਜਿੱਤ ਸਕਦਾ। ਕਹਿਣ ਦਾ ਮਤਲਬ ਇਹ ਸਾਰਾ ਕੁਝ ਹੈ, ਜੇ ਜਨਤਾ ਨੇ, ਮੈਂ ਸਿੰਪਲ ਜੀ ਗੱਲ ਸਿੱਧੇ ਸ਼ਬਦਾਂ 'ਚ ਦੱਸਣਾ ਚਾਹੁੰਦਾ, ਚਾਹੇ ਉਹ ਸੱਤਾਧਾਰੀ ਪਾਰਟੀ ਹੋਵੇ, ਚਾਹੇ ਉਹ ਵਿਰੋਧੀ ਧਿਰ ਹੋਵੇ, ਜਾਂ ਕੋਈ ਵੀ ਐਮਐਲਏ ਹੋਵੇ, ਜੇ ਉਹ ਜਨਤਾ ਦੇ ਵਿੱਚ ਨਹੀਂ ਵਿਚਰਿਆ, ਜਨਤਾ ਦੀਆਂ ਜਾ ਕੇ ਉਸਨੇ ਜਿਹੜੀਆਂ ਮੰਗਾਂ ਸੀ ਜਾਂ ਉਹਨਾਂ ਦੀਆਂ ਕਿਸੇ ਤਰ੍ਹਾਂ ਦੀਆਂ ਵੀ ਦੁੱਖ ਤਕਲੀਫਾਂ ਸੀ, ਉਹਨਾਂ ਦੇ ਨਾਲ ਨਹੀਂ ਵਿਚਰਿਆ, ਉਹਨਾਂ ਦੇ ਨਾਲ ਨਹੀਂ ਖੜਿਆ ਤੇ ਫਿਰ ਉਹਦਾ ਜਿੱਤਣਾ ਦੁਬਾਰਾ ਮੁਸ਼ਕਲ ਹੋ ਜਾਂਦਾ। ਇਹ ਗੱਲ ਇਹਨਾਂ ਨੂੰ ਪਤਾ ਹੋਣੀ ਚਾਹੀਦੀ ਹੈ। ਇਕੱਲੇ ਸਰਵਿਆਂ ਦੇ ਵਿੱਚ ਉਹ ਗੱਲ ਨਹੀਂ ਨਿਕਲੀ। ਹਰੇਕ ਵਿਧਾਇਕ ਨੂੰ, ਹਰੇਕ ਕੈਬਨਿਟ ਮੰਤਰੀ ਨੂੰ, ਈਵਨ ਕਿ ਮੁੱਖ ਮੰਤਰੀ ਨੂੰ ਪਤਾ ਹੁੰਦਾ ਕਿ ਮੈਂ ਆਪਣੀ ਜਨਤਾ ਦੇ ਜਾਂ ਲੋਕਾਂ ਦੇ ਨਾਲ ਕਿੰਨਾ ਕੁ ਖੜਾ। ਸੋ ਠੀਕ ਹੈ, ਸਰਵੇ ਆਪਣੇ ਆਪ ਕਰਾ ਲੈਣ ਪਾਰਟੀਆਂ, ਥੋੜਾ ਜਿਹਾ ਉਹਨਾਂ ਨੂੰ ਇਸ ਗੱਲ ਤੋਂ ਤਸੱਲੀ ਮਿਲ ਜਾਂਦੀ ਹੈ, ਲੇਕਿਨ ਕਿਤੇ ਨਾ ਕਿਤੇ ਦਿਲ ਦੇ ਵਿੱਚ ਸਾਰਿਆਂ ਨੂੰ ਪਤਾ ਹੁੰਦਾ ਕਿ ਮੈਂ ਉਹਨਾਂ ਦੇ ਲੋਕਾਂ ਦੇ ਨਾਲ ਦੁੱਖ ਤੇ ਤਕਲੀਫਾਂ ਦੇ ਨਾਲ ਖੜਾ ਨਹੀਂ। ਔਰ ਖਾਸ ਤੌਰ ਤੇ ਰੰਧਾਵਾ ਜੀ, ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਪਿਛਲਾ ਦੌਰ ਕੋਵਿਡ-19 ਵਾਇਰਸ ਦਾ ਰਿਹਾ। ਉਹ ਦੌਰ ਰਿਹਾ ਜਿਸ ਦੌਰਾਨ ਇਹਦਾ ਭਮਾਰਾ ਸੀ, ਇਹਦਾ ਫੈਲਾਅ ਸੀ, ਤੇ ਲੋਕਾਂ ਨੂੰ ਆਪਣੇ ਰਿਪਰੈਜ਼ੈਂਟੇਟਿਵਸ ਦਾ, ਆਪਣੇ ਨੁਮਾਇੰਦਿਆਂ ਦੀ ਬਹੁਤ ਲੋੜ ਸੀ। ਚਾਹੇ ਉਹ ਆਰਥਿਕ ਤੌਰ ਤੇ ਲੋੜ ਹੋਵੇ, ਚਾਹੇ ਉਹ ਸਮਾਜਿਕ ਤੌਰ ਤੇ ਲੋੜ ਹੋਵੇ, ਜਾਂ ਸਿਆਸੀ ਤੌਰ ਤੇ ਵੀ ਕਿਉਂ ਨਾ ਲੋੜ ਹੋਵੇ। ਕੰਮਕਾਰ ਨਹੀਂ ਸੀ ਹੋਏ, ਨੌਕਰੀਆਂ ਚਲੀਆਂ ਗਈਆਂ ਸੀ, ਬੇਰੁਜ਼ਗਾਰੀ ਵੱਧ ਗਈ ਸੀ, ਮਹਿੰਗਾਈ ਬਹੁਤ ਵੱਧ ਗਈ ਸੀ। ਇਹ ਲੋਕ ਜੇ ਕਿਤੇ ਉਹਨਾਂ ਨਾਲ ਖੜੇ ਸੀ ਤੇ ਫਿਰ ਤਾਂ ਦੁਬਾਰਾ ਇਹ ਉਮੀਦ ਕਰਨ, ਨਹੀਂ ਤਾਂ ਇਹੋ ਜਿਹੇ ਸਰਵੇ ਹੁੰਦੇ ਰਹਿਣਗੇ ਤੇ ਫਿਰ ਇਹਨਾਂ ਦੀਆਂ ਚਿੰਤਾਵਾਂ ਵੀ ਵੱਧਦੀਆਂ ਰਹਿਣਗੀਆਂ। ਮਨਪ੍ਰੀਤ ਜੀ, ਇਤਿਹਾਸਕ ਚੋਣ ਆ, ਗੱਲ ਇਹ ਨਹੀਂ ਗੀ। ਹੁਣ ਜਿਹੜਾ ਠੀਕ ਠਾਕ ਵੀ ਲੋਕਾਂ 'ਚ ਵਿਚਰਦਾ, ਉਹਦੀਆਂ ਭੀੜਾਂ ਵੀ ਬਹੁਤ ਨੇ, ਇਕੱਠਾਂ ਦੇ ਵਿੱਚ ਲੋਕ ਵੀ ਬਹੁਤ ਮਿਲਣ ਗਿਲਣ ਆਉਂਦੇ ਆ, ਲੇਕਿਨ ਅੰਦਰ ਇੱਕ ਧੁੜਕੂ, ਇੱਕ ਸੰਸਾ ਹੈ ਕਿ ਐਤਕੀ ਹੋਣ ਵਾਲਾ ਕੀ ਹੈ, ਕਿਉਂਕਿ ਬਹੁਤ ਦਿਸ਼ਾਵੀ ਮੁਕਾਬਲੇ ਨੇ ਤੇ ਇੱਕ ਸੀਟ ਤੋਂ 5 ਵੱਡੇ ਕੈਂਡੀਡੇਟ 4 ਖੜੇ ਹੋਣੇ ਆ, ਕਿਉਂਕਿ ਚਾਰਾਂ ਦੇ ਮਗਰ ਹੀ ਸਰਮਾਇਆ ਵੀ ਲੱਗਣਾ। ਪਾਰਟੀਆਂ ਵੀ ਵੱਡੀਆਂ ਨੇ, ਪਾਰਟੀਆਂ ਦੇ ਰਣਨੀਤੀਕਾਰ ਵੀ ਹੋਣਗੇ।
ਇਸ ਕਰਕੇ ਮੈਨੂੰ ਲੱਗਦਾ ਕਾਂਗਰਸੀਆਂ ਦੇ ਫਿਕਰ ਵਧੇ ਹੋਏ ਆ ਕਿ ਜਿਹੜੀ ਸੱਤਾ 'ਚ ਧਿਰ ਹੁੰਦੀ ਹੈ ਉਹਦੇ ਖਿਲਾਫ ਕੁਦਰਤੀ ਤੌਰ ਤੇ ਲੋਕ ਹੋ ਹੀ ਜਾਂਦੇ ਆ। ਉਹ ਅਜੇ ਭਾਵੇਂ ਦਿਸ ਨਹੀਂ ਰਿਹਾ ਜਾਂ ਦਿਸ ਨਹੀਂ ਰਿਹਾ ਹੋਵੇਗਾ, ਪਰ ਇਹਦੇ 'ਚ ਕੋਈ ਦੋਰਾਵਾ ਨਹੀਂ ਕਿ ਇਤਿਹਾਸਕ ਚੋਣ ਆ, ਇਤਿਹਾਸਕ ਫੈਸਲੇ ਹੋਣ ਵਾਲੇ ਆ। ਅਸੈਂਬਲੀ ਬੜੇ ਵੱਖਰੇ ਤਰ੍ਹਾਂ ਨਾਲ ਹੋਂਦ ਵਿੱਚ ਇਸ ਵਾਰੀ ਆਉਣ ਵਾਲੀ ਆ। ਲੋਕ ਹੰਗ ਅਸੈਂਬਲੀ ਦੀ ਗੱਲ ਕਰਦੇ ਰਹੇ ਆ, ਲੇਕਿਨ ਹੁਣ ਹੋਰ ਅਜੇ ਵੀ ਕੋਈ ਨਹੀਂ ਸਿਆਸੀ ਪੰਡਤ ਇਹ ਕਹਿ ਰਿਹਾ ਕਿ ਕੀ ਹੋਊਗਾ। ਲੇਕਿਨ ਮੈਂ ਜਾਂਦੇ ਜਾਂਦੇ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਉਸ ਟਿੱਪਣੀ ਨੂੰ, ਉਸ ਗੱਲ ਨੂੰ, ਉਸ ਸਟੇਟਮੈਂਟ ਨੂੰ ਲੈਣਾ ਚਾਹੂੰਗਾ ਜਿਹਦੇ ਵਿੱਚ ਉਹ ਧਰਮ ਪਰਿਵਰਤਨ ਦੀ ਗੱਲ ਕਰ ਰਹੇ। ਹਾਲਾਂਕਿ ਮੈਂ ਜਦੋਂ ਵਿਸ਼ਵ ਇਤਿਹਾਸ ਨੂੰ ਪੜ੍ਹਦਾ ਹਾਂ, ਯੂਨੀਵਰਸਿਟੀ 'ਚ ਕਿਤਾਬਾਂ ਫਰੋਲਦਿਆਂ, ਦੁਨੀਆ ਭਰ ਦੇ ਵਿੱਚ ਵਿਚਰਦਿਆਂ ਇਹ ਗੱਲ ਮਹਿਸੂਸ ਕੀਤੀ ਆ ਕਿ ਧਰਮ ਨੂੰ ਲੋਕ ਨਿਰੋਲ ਨਿੱਜ ਵਜੋਂ ਲੈਂਦੇ ਆ। ਖਾਸ ਤੌਰ ਤੇ ਵਿਕਸਿਤ ਦੇਸ਼ਾਂ 'ਚ ਇਹਨੂੰ ਬਿਲਕੁਲ ਪਰਸਨਲ ਮੰਨਿਆ ਜਾਂਦਾ, ਉਹਦੇ ਵਿੱਚ ਕਿਸੇ ਦੀ ਕੋਈ ਦਖਲਅੰਦਾਜ਼ੀ ਨਹੀਂ ਹੁੰਦੀ। ਲੇਕਿਨ ਸਾਡੇ, ਕਿਉਂਕਿ ਆਪਾਂ ਧਰਮਾਂ ਦੇ ਨਾਂ ਤੇ ਹੀ ਅੱਗੇ ਵਧੇ ਆ, ਸਾਡਾ ਕਲਚਰ ਹੀ ਇਵੇਂ ਦਾ, ਮੈਨੂੰ ਇੰਝ ਲੱਗਦਾ ਕਿ ਜੇਕਰ ਧਰਮ ਪਰਿਵਰਤਨ ਹੋ ਰਿਹਾ ਤੇ ਉਹਦੇ ਵਿੱਚ ਬੰਦੇ ਦਾ ਨਿੱਜ ਵੀ ਸ਼ਾਮਲ ਹੁੰਦਾ। ਜੇ ਜੋਰਾ ਜਬਰੀ ਹੋ ਰਿਹਾ ਤਾਂ ਜੋਰਾ ਜਬਰੀ ਜਿਹਦਾ ਕਰਵਾਇਆ ਜਾ ਰਿਹਾ ਉਹਦਾ ਇਤਰਾਜ਼ ਹੋਣਾ ਚਾਹੀਦਾ, ਤੇ ਜੇ ਉਹਦਾ ਇਤਰਾਜ਼ ਆ ਤੇ ਉਹਦੇ ਤੱਥ ਵੀ ਇਕੱਠੇ ਕਰ ਲੈਣੇ ਚਾਹੀਦੇ ਆ। ਸਿੰਘ ਸਾਹਿਬ ਨੂੰ ਏਡੇ ਵੱਡੇ ਉੱਚੇ ਅਹੁਦੇ ਤੇ ਰਹਿੰਦਿਆਂ ਤੱਥਾਂ ਸਮੇਤ ਅੱਗੇ ਗੱਲ ਨੂੰ ਵਧਾਉਣਾ ਚਾਹੀਦਾ। ਜੇ ਕਿਧਰੇ ਸੱਚਮੁੱਚ ਇੰਝ ਆ ਤਾਂ ਸ਼੍ਰੋਮਣੀ ਕਮੇਟੀ ਕੋਲ ਪੰਜਾਬ ਦੇ ਹਰ ਖਿੱਤੇ ਦੇ ਵਿੱਚ ਇੱਕ ਤੰਤਰ ਹੈ, ਉਹ ਚਾਹੁਣ ਤਾਂ ਉਹ ਸਾਰੇ ਸਬੂਤ ਇਕੱਠੇ ਕਰਕੇ ਅੱਗੇ ਕਾਰਵਾਈ ਲਈ ਗ੍ਰਹਿ ਮੰਤਰਾਲੇ ਨੂੰ, ਪੰਜਾਬ ਸਰਕਾਰ ਨੂੰ, ਤਾਂ ਜਿਹੜੇ ਵੀ ਢੁਕਵੇਂ ਮੰਚ ਉਹਨਾਂ 'ਚ ਕਾਰਵਾਈ ਲਈ ਅੱਗੇ ਵਧਾ ਸਕਦੇ ਆ। ਕਿਉਂਕਿ ਕਿਸੇ ਨੂੰ ਹੱਕ ਨਹੀਂ ਕਿ ਉਹ ਕਿਸੇ ਦੇ ਧਰਮ 'ਚ ਦਖਲ ਦੇਵੇ ਜੇ ਕਿਸੇ ਦਾ ਪਰਿਵਰਤਨ ਕਰਾਇਆ ਜਾ ਰਿਹਾ। ਇਹਦੇ ਤੇ ਮੈਂ ਤੁਹਾਡੀ ਟਿੱਪਣੀ ਚਾਹੁੰਦਾ ਹੈ, ਪਰ ਜੇ ਇੰਜ ਹੋ ਰਿਹਾ, ਜਬਰੀ ਹੋ ਰਿਹਾ, ਮਾੜੀ ਗੱਲ ਆ। ਜੇ ਸਿਰਫ ਮੁੱਦੇ ਵਾਂਗ ਇਹਨੂੰ ਲੈਣਾ ਤਾਂ ਫਿਰ ਮੈਨੂੰ ਲੱਗਦਾ ਕਿ ਤੁਸੀਂ ਕੋਈ ਟਿੱਪਣੀ ਕਰ ਸਕਦੇ ਹੋ। ਰੰਧਾਵਾ ਜੀ, ਮੈਨੂੰ ਲੱਗਦਾ ਇਕੱਲੇ ਧਰਮ ਤੇ ਨਹੀਂ, ਸਾਡੇ ਖਾਣ ਪੀਣ ਤੇ, ਸਾਡੇ ਪਹਿਨਣ ਤੇ ਸਾਨੂੰ ਇੱਕ ਖੁੱਲ੍ਹ ਸੰਵਿਧਾਨ ਨੇ ਖੁੱਲ੍ਹ ਦਿੱਤੀ ਹੈ ਕਿ ਅਸੀਂ ਕਿਹੜੇ ਧਰਮ ਨੂੰ ਅਪਣਾਉਣਾ ਜਾਂ ਕੀ ਅਸੀਂ ਪਾਉਣਾ, ਕੀ ਅਸੀਂ ਖਾਣਾ। ਤੁਸੀਂ ਦੇਖੋ, ਮੈਨੂੰ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ, ਮਾਰਚ ਦੇ ਮਹੀਨੇ ਦੇ ਵਿੱਚ SGPC ਦਾ ਇਜਲਾਸ ਹੁੰਦਾ ਤੇ ਉੱਥੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਜਾਂਦਾ ਕਿ RSS ਨੂੰ ਬੈਨ ਕੀਤਾ ਜਾਵੇ। ਜਥੇਦਾਰ ਸਾਹਿਬ ਵੀ ਕਈ ਵਾਰੀ ਕਹਿ ਚੁੱਕੇ ਆ, ਉਸ ਮੀਟਿੰਗ ਦੇ ਵਿੱਚ ਜਥੇਦਾਰ ਸਾਹਿਬ ਖੁਦ ਮੌਜੂਦ ਸੀ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੀਆਂ ਮਾਈਨੋਰਿਟੀਜ਼ ਨੇ, ਘੱਟ ਗਿਣਤੀ ਵਾਲੇ ਜਿਹੜੇ ਹੈ ਭਾਈਚਾਰੇ ਨੇ, ਉਹਨਾਂ ਤੇ ਜਿਹੜਾ ਹੈ RSS ਕਿਸੇ ਨਾ ਕਿਸੇ ਤਾਂ ਇਹ ਜਿਹੜੀ ਸਰਕਾਰ ਆ ਉਹ ਥੋੜਾ ਅਤਿਆਚਾਰ ਕਰ ਰਹੀ ਹੈ ਤੇ ਇਹ ਹਿੰਦੂ ਰਾਸ਼ਟਰ ਵੱਲ ਵੱਧ ਰਹੀ ਆ। ਇਸ ਕਰਕੇ RSS ਤੇ ਬੈਨ ਲਾਉਣਾ ਬਹੁਤ ਜ਼ਰੂਰੀ ਆ। ਹੁਣ ਆਪਾਂ ਆ ਜਾਂਦੇ ਧਰਮ ਪਰਿਵਰਤਨ ਦੀ। ਇਹ ਮੈਂ ਗੱਲ ਕਿਉਂ ਕਹੀ? ਕਿਉਂਕਿ ਬਹੁਤ ਸਾਰੇ ਜਿਹੜੇ ਆ ਸਟੇਟਸ ਨੇ, ਬਹੁਤ ਸਾਰੇ ਸੂਬੇ ਨੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਉਹ ਵੀ ਲਗਭਗ ਇਹੋ ਜਿਹੀ ਗੱਲ ਕਰਦੇ ਆ। ਕਦੇ ਉਹ ਲਵ ਜਿਹਾਦ ਦੀ ਗੱਲ ਕਰਦੇ ਆ, ਕਦੇ ਉਹ ਕਹਿੰਦੇ ਧਰਮ ਪਰਿਵਰਤਨ ਹੋ ਰਿਹਾ ਤੇ ਜ਼ਬਰਦਸਤੀ ਹੋ ਰਿਹਾ। ਬਿਲਕੁਲ ਠੀਕ ਆ, ਜੇ ਕੋਈ ਜ਼ਬਰਦਸਤੀ ਕਰ ਰਿਹਾ ਉਹਦੀ ਤੇ ਕਾਰਵਾਈ ਹੋਣੀ ਚਾਹੀਦੀ ਆ, ਕਾਨੂੰਨੀ ਕਾਰਵਾਈ ਆ। ਸਾਡਾ ਕਾਨੂੰਨ ਹੈ, ਜੇ ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਜ਼ਬਰ ਜਾਂ ਜ਼ਬਰਦਸਤੀ ਕੀਤੀ ਜਾਂਦੀ ਹੈ ਤੇ ਉਹਦਾ ਕਾਨੂੰਨ ਹੈਗਾ। ਲੇਕਿਨ ਨਾਲ ਦੇ ਨਾਲ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸੰਸਥਾਵਾਂ, ਜਿਵੇਂ ਗਿਆਨੀ ਜੀ ਖੁਦ ਜ਼ਿਕਰ ਕਰਦੇ ਆ ਕਿ ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਦਾ ਖੁਦ ਪ੍ਰਚਾਰ ਕਰਦੇ। ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ, ਗੁਜਰਾਤ ਦੇ ਵਿੱਚ ਹੁਣ ਤੁਸੀਂ ਦੇਖੋ 4 ਸ਼ਹਿਰਾਂ ਦੇ ਵਿੱਚ ਉਹਨਾਂ ਨੇ ਨੌਨ ਵੈਜੀਟੇਰੀਅਨ ਖਾਣੇ ਤੇ ਪਾਬੰਦੀ ਲਾਤੀ ਕਿ ਪਬਲਿਕਲੀ ਜਨਤਕ ਨਹੀਂ ਹੋਵੇਗਾ। ਮੈਂ ਥੋੜਾ ਜਿਹਾ ਤੁਹਾਡਾ ਸਮਾਂ ਲੈ ਰਿਹਾ, ਮਾਫੀ ਚਾਹੁੰਦਾ। ਹੁਣ ਉਹ ਵਡੋਦਰਾ ਹੈ, ਭਾਵਨਗਰ ਹੈ, ਅਹਿਮਦਾਬਾਦ ਹੈ, ਇੱਥੇ ਸਾਰੇ ਰਾਜਕੋਟ ਹੈ। ਇੱਕ ਤਰ੍ਹਾਂ ਦਾ ਇਹ ਪੇਸ਼ ਕੀਤਾ ਜਾ ਰਿਹਾ ਕਿ ਇਸ ਚੀਜ਼ ਨੂੰ ਬਾਹਰ, ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਖਾਣ ਪੀਣ ਤੇ, ਪਹਿਨਣ ਤੇ, ਸਾਡੇ ਧਰਮ ਤੇ ਆਜ਼ਾਦੀ ਹੋਣੀ ਚਾਹੀਦੀ ਆ। ਮੈਂ ਜਥੇਦਾਰ ਸਾਹਿਬ ਦੀ ਇਸ ਗੱਲ ਨਾਲ ਬਿਲਕੁਲ ਸਹਿਮਤ ਆ ਕਿ ਜੇ ਕਿਸੇ ਨਾਲ ਬਿਲਕੁਲ ਕੋਈ ਧੱਕਾ ਹੁੰਦਾ ਤੇ ਉਹ ਜ਼ਰੂਰ ਉਹਦੀ ਕਾਰਵਾਈ ਹੋਣੀ ਚਾਹੀਦੀ ਹੈ। ਲੇਕਿਨ ਸਾਨੂੰ ਉਹਦੇ ਤੱਥ ਸਾਹਮਣੇ ਲਿਆਉਣੇ ਪੈਣਗੇ। ਕਿਤੇ ਨਾ ਕਿਤੇ ਸਾਨੂੰ ਇਹ ਨਾ ਲੱਗੇ ਕਿ ਅਸੀਂ ਉਸੇ ਜਿਸ ਨੂੰ ਤੁਸੀਂ ਬੈਨ ਕਰਨਾ ਚਾਹੁੰਦੇ ਸੀ, ਕਿਤੇ ਉਹਨਾਂ ਦੇ ਹੱਥਾਂ 'ਚ ਤਾਂ ਨਹੀਂ ਖੇਡ ਰਹੇ, ਕਿਤੇ ਉਹੀ ਨੈਰੇਟਿਵ ਤਾਂ ਨਹੀਂ ਅਸੀਂ ਸੈੱਟ ਕਰ ਰਹੇ। ਅੱਜ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੇ ਭਾਈਚਾਰਿਆਂ ਨਾਲ ਵਿਤਕਰਾ ਹੁੰਦਾ। ਅੱਜ ਪੰਜਾਬ ਦੇ ਵਿੱਚ ਵੀ, ਇਸੇ ਤਰ੍ਹਾਂ ਹੋਰ ਸੂਬਿਆਂ ਦੇ ਵਿੱਚ ਵੀ ਹੁੰਦਾ। ਖਾਸ ਤੌਰ ਤੇ ਜਿਹੜਾ ਗਰੀਬ ਵਰਗ ਆ ਉਹਨਾਂ ਨਾਲ ਹੁੰਦਾ। ਉਹਨਾਂ ਦੀ ਵੀ ਸਾਨੂੰ ਗੱਲ ਕਰਨੀ ਚਾਹੀਦੀ ਹੈ। ਤੇ ਜਿੱਥੋਂ ਤੱਕ ਧਰਮ ਪਰਿਵਰਤਨ ਦੀ ਗੱਲ ਆ, ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕਈ ਜਿਹੜੇ ਧਰਮ ਹੁੰਦੇ ਆ, ਜਦੋਂ ਆਪਣੇ ਲੋਕਾਂ ਦਾ ਚੰਗੀ ਤਰ੍ਹਾਂ ਖਿਆਲ ਨਹੀਂ ਰੱਖ ਪਾਉਂਦੇ ਤੇ ਸ਼ਾਇਦ ਉਹਨਾਂ ਦੇ ਦੂਸਰੇ ਆਪਸ਼ਨਸ ਬਣ ਜਾਂਦੇ ਆ। ਇਹਨਾਂ ਚੀਜ਼ਾਂ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ। ਸੋ ਕਹਿਣ ਦਾ ਮਤਲਬ ਆ, ਠੀਕ ਆ, ਇਹ ਟਿੱਪਣੀਆਂ ਉਹਨਾਂ ਦੇ ਸਰੋਕਾਰ ਜਿਹੜੇ ਆ ਉਹ ਬਿਲਕੁਲ ਠੀਕ ਹੋਣੇ ਚਾਹੀਦੇ ਆ, ਹੋ ਸਕਦੇ ਆ। ਲੇਕਿਨ ਨਾਲ ਦੀ ਨਾਲ ਇਹ ਵੀ ਦੇਖਣਾ ਪਊਗਾ ਕਿ ਜੇ ਕਿਤੇ ਇਹ ਸਿਰਫ ਇਕੱਲਾ ਪ੍ਰੋਪੋਗੰਡਾ ਤਾਂ ਨਹੀਂ, ਜਿਵੇਂ ਉਹਨਾਂ ਨੇ ਕਿਹਾ ਕਿ ਮੈਂ ਕ੍ਰਿਸਚੀਅਨ ਮਿਸ਼ਨਰੀਜ਼ ਨਾਲ ਮਿਲਿਆ,
ਲੇਕਿਨ ਉਹਨਾਂ ਨੇ ਇਹਨਾਂ ਗੱਲਾਂ ਤੋਂ ਇਨਕਾਰ ਕਰਤਾ, ਕਿਉਂਕਿ ਜਿਹੜੇ ਈਸਾਈ ਮਿਸ਼ਨਰੀਜ਼ ਆ ਜਾਂ ਕ੍ਰਿਸਚੀਅਨ ਮਿਸ਼ਨਰੀਜ਼ ਆ, ਉਹ ਤਾਂ ਖੁਦ ਇਸ ਤਰ੍ਹਾਂ ਦੇ ਜਿਹੜੇ ਜ਼ਬਰ ਦਾ ਆਪ ਉਹ ਭੋਗੀਦਾਰ ਨੇ। ਪੂਰੇ ਭਾਰਤ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਮੱਧ ਪ੍ਰਦੇਸ਼ ਦੇ ਇੱਕ ਸਕੂਲ ਤੇ ਤੁਹਾਨੂੰ ਪਤਾ ਹੀ ਹੈ, ਕੁਝ ਫੰਡਾਮੈਂਟਲ ਜਿਹੜੀਆਂ ਫੋਰਸਿਸ ਸੀ ਉਹਨਾਂ ਨੇ ਹਮਲਾ ਕਰਤਾ। ਬੱਚਿਆਂ ਦੇ ਐਗਜ਼ਾਮ ਚੱਲ ਰਹੇ ਸੀ, ਬੱਚਿਆਂ ਦੇ ਇਮਤਿਹਾਨ ਚੱਲ ਰਹੇ ਸੀ। ਸੋ ਇਹ ਸਾਰਾ ਕੁਝ ਹੀ ਬੜਾ ਵੱਡਾ ਇਹ ਟੌਪਿਕ ਆ, ਕਿਉਂਕਿ ਇਹਨੂੰ ਬਹੁਤ ਥੋੜੇ ਸਮੇਂ 'ਚ ਸਮੇਟਿਆ ਨਹੀਂ ਜਾ ਸਕਦਾ। ਸਰੋਕਾਰ ਹੋ ਸਕਦੇ ਆ, ਲੇਕਿਨ ਤੱਥ ਜਿਹੜੇ ਆ ਉਹ ਵੀ ਆਉਣੇ ਬਹੁਤ ਜ਼ਰੂਰੀ ਆ। ਜੀ ਰੰਧਾਵਾ ਜੀ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।